सत श्री अकाल जी। हमदर्द टीवी देखने वाले सारे दर्शकों का बहुत बहुत स्वागत है प्रोग्राम इमीग्रेशन मैटर्स में। मैं हरजीत कौर घुमन हासिल लैके जी हुण तक की कैनेडियन इमीग्रेशन संबंधी जो ताज़ा अपडेट आई है। सो जेकर कैनेडियन इमीग्रेशन संबंधी तुहाडा भी कोई सवाल हैगा तां तुसीं सानूं अज दे लाइव प्रोग्राम में कॉल कर सकते हो। साडे नाल जुड़ चुके हैं जी तुहाडे सवालों के जवाब देने लई ते कैनेडियन इमीग्रेशन संबंधी नवीं अपडेशन देने लई CWC इमीग्रेशन तो गुरप्रीत खैरा जी, बहुत बहुत स्वागत है सर। बहुत बहुत शुक्रिया तुहाडा ते सारे दर्शकों सत श्री अकाल जी। सर एक हफ्ते बाद आप मिल रहे हैं तो एक हफ्ते दे विच इमीग्रेशन की गल करिए कितना क ज्यादा चेंजेस देखने को मिले या कुछ कोई पॉजिटिव न्यूज़ कोई मिली होवे? जी काफ़ी चेंजेस आईਆਂ ने खास करके कैनेडा डे तो बाद। एक तो ਜਿਹੜੀਆਂ ਵੀ ਪੁਰਾਣੀਆਂ ਪੈਂਡਿੰਗ ਐਪਲੀਕੇਸ਼ਨਸ ਹੈਗੀਆਂ ਨੇ ਵਿਜ਼ਿਟਰ ਵੀਜ਼ਾ ਸੁਪਰ ਵੀਜ਼ਾ ਲਈ ਉਹ ਹੁਣ ਫੁੱਲ ਫਲੈਜਡ ਜਿਹੜੀਆਂ ਨੇ ਉਹ ਪ੍ਰੋਸੈਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ ਨੇ ਜੀ। ਤੇ ਨਵੇਂ ਵੀ ਜੇ ਕਿਸੇ ਨੇ ਵਿਜ਼ਿਟਰ ਵੀਜ਼ਾ ਜਾਂ ਸੁਪਰ ਵੀਜ਼ਾ ਲਈ ਐਪਲੀਕੇਸ਼ਨ ਲਾਉਣੀ ਹੈ ਉਹਦੇ ਲਈ ਵੀ ਖੋਲ ਦਿੱਤਾ, ਪਰ ਇਹ ਸਿਰਫ ਆਨਲਾਈਨ ਹੀ ਐਪਲੀਕੇਸ਼ਨ ਕਰ ਸਕਦੇ ਆ। ਤੇ ਦੂਜੀ ਇਹਦੇ ਨਾਲ ਨਾਲ ਇਹ ਇਸ ਲਈ ਕੀਤਾ ਗਿਆ ਕਿ ਜਦੋਂ 31 ਜੁਲਾਈ ਨੂੰ ਇਹ ਟਰੈਵਲ ਰਿਸਟ੍ਰਿਕਸ਼ਨਸ ਖੁੱਲਣਗੀਆਂ उस समय तो बाद किते ज़्यादा ओवरवेलम ना हो जाए सिस्टम, क्योंकि पिछले समय तो प्रोसैसिंग दे उत्ते रोक सीगी। उस करके जो पुरानियां भी अर्जियां हाले पेंडिंग ने ते नवीं भी अर्जियां आ गईयां ते लोकां दा जिहड़ा पर्पस हैगा विजिट दा वो डिफीट ना हो जाए किते। हुण जे किसी ने सितंबर जाना है तो ਉਹਦੀ सितंबर तक अर्जी ही नहीं प्रोसैस होंदी तो फिर ਉਹਨੂੰ ਆਉਣ ਦਾ ਕੋਈ फायदा नहीं ਰਹੂਗਾ। सो एक पॉजिटिव न्यूज़ हैगी आ, ਪ੍ਰੋਸੈਸਿੰਗ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ। ਇਹਦੇ ਨਾਲ ਨਾਲ ਮੈਂ ਪਿਛਲੇ ਹਫਤੇ ਤੋਂ ਇਹ ਵੀ ਗੱਲ ਦੇਖ ਰਿਹਾ ਹੈਗਾ ਕਿ ਜਿੰਨੇ ਵਿਆਹ ਵਾਲੇ ਕੇਸ ਸੀਗੇ ਜਿਹੜੇ ਉਹ ਰੁਕੇ ਹੋਏ ਸੀਗੇ ਉਹਨਾਂ ਦੀ ਪ੍ਰੋਸੈਸਿੰਗ ਵੀ ਜਿਹੜੀ ਸ਼ੁਰੂ ਹੋ ਚੁੱਕੀ। ਹਾਂਜੀ ਸਪਾਊਸ। ਸੋ ਜਿਹੜੇ ਨਵੀਂ ਦਿੱਲੀ ਦੀ ਜੇ ਖਾਸ ਕਰਕੇ ਆਪਾਂ ਗੱਲ ਕਰੀਏ ਨਿਊ ਦਿੱਲੀ ਦੇ ਵਿੱਚੋਂ ਜਿਹੜੇ ਕੇਸਿਸ ਸੀਗੇ ਤੇ ਨਿਊਯਾਰਕ ਦੇ ਵਿੱਚੋਂ ਮੈਂ ਦੱਸਣਾ ਚਾਹੁੰਦਾ ਉੱਥੋਂ ਹੁਣ ਕਾਫੀ ਜਿਹੜੀਆਂ ਵੀ ਅੱਗੇ ਫਰਦਰ ਡਾਕੂਮੈਂਟੇਸ਼ਨ ਲਈ ਈਮੇਲਸ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ। ਸੋ ਉਹ ਵੀ ਇੱਕ ਪੋਜ਼ਿਟਿਵ ਨਿਊਜ਼ ਹੈਗੀ ਹੈ ਕਿ ਜਿਹੜੇ ਰੁਕੇ ਹੋਏ ਕੇਸ ਸੀ ਉਹ ਵੀ ਹੁਣ ਪ੍ਰੋਸੈਸ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਇੰਡੀਆ ਦੇ ਵਿੱਚੋਂ ਆਪਾਂ ਨੂੰ ਪਤਾ ਕਿ ਨਵੀਂ ਦਿੱਲੀ ਦਫ਼ਤਰ ਹੈ ਜਿਹੜਾ ਉਹ ਖੁੱਲ ਚੁੱਕਿਆ ਹੈਗਾ। ਰਾਤ ਰਕੇ ਵੀਜ਼ਾ ਐਪਲੀਕੇਸ਼ਨ ਸੈਂਟਰ ਵੀ ਨੇ ਜਿਹੜੇ ਕੁਛ ਹੱਦ ਤੱਕ ਇਮੀਗ੍ਰੇਸ਼ਨ ਮਾਮਲਿਆਂ ਲਈ ਖੁੱਲ ਚੁੱਕੇ ਨੇ। ਸੋ ਬਾਇਓਮੈਟ੍ਰਿਕਸ ਵੀ ਸ਼ਾਇਦ ਆਪਾਂ ਨੂੰ ਆਉਣ ਵਾਲੇ ਦਿਨਾਂ 'ਚੋਂ ਖੁੱਲਣ ਨੂੰ ਮਿਲ ਚੁੱਕੇ। ਕਾਫੀ ਇਹ ਕੁਐਸਚਨਸ ਬਹੁਤ ਆਉਂਦੇ ਆ ਕਿ ਕਦੋਂ ਖੁੱਲਣਗੇ ਬਾਇਓਮੈਟ੍ਰਿਕ। ਸੋ ਸੂਨ ਉਹ ਨਿਊਜ਼ ਵੀ ਆ ਸਕਦੀ ਹੈ ਕਿ ਬਾਇਓਮੈਟ੍ਰਿਕ ਲਈ ਵੀ ਖੋਲ੍ਹਿਆ ਜਾ ਸਕਦਾ ਹੈ। ਤੇ ਇਹਦੇ ਲਈ ਨਾਲ ਨਾਲ ਦੋ ਚੇਂਜਸ ਜਿਹੜੀਆਂ ਵਿਦਨ ਕੈਨੇਡਾ ਐਪਲੀਕੇਸ਼ਨਸ ਲਈ ਉਹਨਾਂ ਲਈ ਹੋਈਆਂ ਤਰਨ। ਸੋ ਜਿੰਨੇ ਵੀ ਟੈਂਪਰੇਰੀ ਰੈਜ਼ੀਡੈਂਟਸ ਹੈਗੇ ਨੇ, ਸਭ ਤੋਂ ਪਹਿਲਾਂ ਜਿਹੜੇ ਵਰਕਰ ਸਟੂਡੈਂਟ ਤੇ ਵਿਜ਼ਿਟਰ ਇਹ ਟੈਂਪਰੇਰੀ ਰੈਜ਼ੀਡੈਂਟ ਹੈਗੇ ਨੇ। ਸੋ ਇਹਨਾਂ ਨੇ ਜੇ ਕੋਈ ਵੀ ਆਪਣੀ ਐਕਸਟੈਂਸ਼ਨ ਲਈ ਅਰਜ਼ੀ ਦਾਖਲ ਕਰਨੀ ਹੈਗੀ ਹੈ ਤਾਂ ਹੁਣ ਪੇਪਰ ਲਈ ਨਹੀਂ ਆਨਲਾਈਨ ਹੀ ਕਰ ਸਕਦੇ ਨੇ। ਕਾਨੂੰਨ ਦੀ ਧਾਰਾ 9 ਹੈਗੀ ਹੈ ਜਿਹੜੀ ਉਹ 'ਚ ਤਬਦੀਲੀ ਕਰ ਦਿੱਤੀ ਗਈ ਹੈ। ਉਹਦੇ 'ਚ ਮਿਨਿਸਟਰ ਨੂੰ ਅਧਿਕਾਰ ਹੈਗਾ ਕਿ ਜੋ ਐਪਰੋਪਰੀਏਟ ਸਮਝਦਾ ਤਾਂ ਉਸ ਤਰੀਕੇ ਨਾਲ ਐਪਲੀਕੇਸ਼ਨ ਨੂੰ ਲੈ ਸਕਦੇ ਹੈਗੇ ਨੇ। ਸੋ ਉਹਦੇ ਲਈ ਪਹਿਲਾਂ ਇਹ ਚੇਂਜ ਕੀਤਾ ਗਿਆ ਸੀ। ਇਹਦੇ ਨਾਲ ਦੂਜਾ ਚੇਂਜ ਇਹ ਕਰ ਦਿੱਤਾ ਗਿਆ ਕਿ ਜਿਹੜੇ ਐਗਜ਼ੈਂਪਸ਼ਨ ਕੋਡ ਥੱਲੇ ਲੋਕ ਆਉਂਦੇ ਨੇ LMI ਐਗਜ਼ੈਂਪਟ ਐਪਲੀਕੇਸ਼ਨਸ ਜਿਨ੍ਹਾਂ ਦੀਆਂ ਹੈਗੀਆਂ ਨੇ ਉਹ ਐਪਲੀਕੇਸ਼ਨ ਨੇ ਉਹ ਪੇਪਰ ਵੀ ਕਰ ਸਕਦੇ ਨੇ। ਹੁਣ LMI ਐਗਜ਼ੈਂਪਟ ਕਿਹੜੇ ਹੈਗੇ ਆ, ਜੇ ਜਦੋਂ ਕੋਈ ਆਪਣੀ ਪੜ੍ਹਾਈ ਪੂਰੀ ਕਰ ਲੈਂਦਾ ਉਹ ਆਪਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਅਪਲਾਈ ਕਰਦਾ ਤਾਂ ਉਹ LMI ਐਗਜ਼ੈਂਪਟ ਹੈ, ਉਹ ਕਰ ਸਕਦਾ। ਕੋਈ ਸਟੂਡੈਂਟ ਹੈਗਾ ਉਹਦਾ ਕੋਈ ਹਸਬੈਂਡ ਜਾਂ ਵਾਈਫ ਹੈ ਉਹ LMI ਐਗਜ਼ੈਂਪਟ ਹੈ, ਉਹ ਵੀ ਕਰ ਸਕਦਾ। ਇਹਦੇ ਨਾਲ ਨਾਲ ਕੋਈ ਵਰਕਰ ਹੈ ਉਹਦਾ ਸਪਾਊਸ ਹੈ ਉਹ ਕਰ ਸਕਦਾ ਹੈ। ਲਿਵ ਇਨ ਜਿਹੜੇ ਕੇਅਰ ਗਿਵਰ ਦੀਆਂ ਐਪਲੀਕੇਸ਼ਨਸ ਨੇ ਵਰਕ ਪਰਮਿਟ ਲਈ ਉਹ ਵੀ ਪੇਪਰ ਕਰ ਸਕਦੇ ਹੋ, ਉਹ ਵੀ ਐਗਜ਼ੈਂਪਟ ਹੈਗਾ ਜੀ। ਤੇ ਇਹਦੇ ਨਾਲ ਨਾਲ ਡੈਸਟੀਟਿਊਟ ਸਟੂਡੈਂਟ ਹੈਗੇ ਨੇ, ਤੁਹਾਡੇ ਕੋਲ ਫੀ ਦੀ ਕਮੀ ਹੋ ਚੁੱਕੀ ਹੈਗੀ ਹੈ, ਤੁਸੀਂ ਅੱਗੇ ਪੜ੍ਹ ਨਹੀਂ ਸਕਦੇ, ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਵਰਕ ਪਰਮਿਟ ਮਿਲ ਜਾਏ, ਤੁਸੀਂ 4 ਪੈਸੇ ਕਮਾ ਕੇ ਫਿਰ ਪੜ੍ਹਨ ਚਲੇ ਜਾਓ, ਉਹ ਅਰਜ਼ੀਆਂ ਵੀ ਤੁਸੀਂ ਪੇਪਰ ਕਰ ਸਕਦੇ ਹੋ, ਉਹ ਵੀ ਐਗਜ਼ੈਂਪਟ ਹੈਗੀਆਂ। ਤੇ ਇਹਦੇ ਨਾਲ ਨਾਲ ਮੋਸਟ ਇੰਪੋਰਟੈਂਟ ਹੈਗੇ ਵਨਰੇਬਲ ਵਰਕਰਸ ਨੇ ਜਿਹੜੇ ਕਿਸੇ ਤਰ੍ਹਾਂ ਇੰਪਲੋਇਰ ਨੇ ਸਤਾਏ ਹੈਗੇ ਆ ਤੇ ਉਹ ਅਬਿਊਜ਼ ਦੇ ਵਿੱਚ ਉਹਨਾਂ ਦਾ ਸ਼ੋਸ਼ਣ ਹੋ ਰਿਹਾ, ਉਹ ਵੀ ਜਿਹੜੀਆਂ ਆਪਦੀਆਂ ਅਰਜ਼ੀਆਂ ਨੇ ਪੇਪਰ ਤੇ ਕਰ ਸਕਦੇ ਨੇ। ਸੋ ਇਹ ਐਗਜ਼ੈਂਪਸ਼ਨਸ ਦੀ ਜਿਹੜੀ ਲਿਸਟ ਦਿੱਤੀ ਗਈ ਹੈਗੀ ਉਹਨੂੰ ਅਪਡੇਟ ਕਰ ਦਿੱਤਾ ਗਿਆ। ਸੋ ਇਹ ਕੈਟਾਗਰੀਜ਼ ਨੂੰ ਛੱਡ ਕੇ ਹੁਣ ਚਾਹੇ ਕੋਈ ਵੀ ਐਕਸਟੈਂਸ਼ਨ ਹੈਗਾ ਤਾਂ ਉਹ ਤੁਸੀਂ
ਆਨਲਾਈਨ ਹੀ ਕਰ ਸਕਦੇ ਹੋ, ਉਹ ਪੇਪਰ ਨਾਲ ਨਹੀਂ ਕਰ ਸਕਦੇ। ਇਹ ਆਪਾਂ ਨੂੰ ਟ੍ਰੈਂਡ ਆਉਣ ਵਾਲੇ ਸਮੇਂ 'ਚ ਵੀ ਦਿਖੂਗਾ ਤੁਹਾਨੂੰ। ਉਹਦਾ ਰੀਜ਼ਨ ਹੈਗਾ ਕਿ ਵਰਕ ਫਰੋਮ ਹੋਮ ਕਲਚਰ ਹੈ ਨਾ, ਉਹ ਜਿਹੜਾ ਜ਼ਿਆਦਾ ਹੋ ਗਿਆ ਹੁਣ। ਤੇ ਇਮੀਗ੍ਰੇਸ਼ਨ ਜਿਹੜੇ ਆਫਿਸਰ ਨੇ ਉਹ ਵੀ ਘਰੋਂ ਜੇ ਕੰਮ ਕਰ ਰਹੇ ਨੇ ਤਾਂ ਪੇਪਰ ਐਪਲੀਕੇਸ਼ਨ ਹੈ ਜਿਹੜੀ ਉਹ ਤਾਂ ਦਫ਼ਤਰ 'ਚ ਜਾ ਰਹੀ ਹੈ, ਪਰ ਜਿਹੜੀ ਆਨਲਾਈਨ ਐਪਲੀਕੇਸ਼ਨ ਉਹ ਤਾਂ ਕਿਤੇ ਸਰਵਰ ਤੇ ਹੈਗੀ, ਉਹਨੂੰ ਐਕਸੈਸ ਕਰਕੇ ਉਹ ਦਾ ਫੈਸਲਾ ਕਰ ਸਕਦੇ ਨੇ। ਹੁਣ ਜਿਹੜੀਆਂ ਐਗਜ਼ੈਂਪਸ਼ਨ ਕੋਡ ਵਾਲੀਆਂ ਐਪਲੀਕੇਸ਼ਨਸ ਨੇ, ਇਹਨਾਂ ਤੇ ਕੀ ਹੁੰਦਾ ਕਿ ਤੁਹਾਨੂੰ ਕਈ ਤਰ੍ਹਾਂ ਦੇ ਵੱਖਰੇ ਸਬੂਤ ਨੇ ਜਿਹੜੇ ਉਹ ਚਾਹੀਦੇ ਨੇ। ਹੁਣ ਜੇ ਆਪਾਂ ਡੈਸਟੀਟਿਊਟ ਸਟੂਡੈਂਟ ਦੀ ਗੱਲ ਕਰੀਏ, ਉਹ ਇਹ ਧਾਰਾ 208 ਦੇ ਥੱਲੇ ਉਹ ਕਾਨੂੰਨ ਹੈਗਾ ਕਿ ਜਿੱਥੇ ਸਟੂਡੈਂਟ ਇੱਥੇ ਆਇਆ ਸੀਗਾ, ਉਹ ਤੋਂ ਬਾਅਦ ਉਹਨੇ ਪੜ੍ਹਾਈ ਕੀਤੀ, ਉਹ ਤੋਂ ਬਾਅਦ ਹੁਣ ਕਿਸੇ ਕਾਰਨ ਕਰਕੇ ਉਹਦੇ ਕੋਲ ਫੀ ਦੇਣ ਨੂੰ ਪੈਸੇ ਨਹੀਂ, ਤੇ ਦੂਜਾ ਜਿਹੜਾ ਉਹਨੂੰ ਕੋਈ ਸਪੋਰਟ ਕਰ ਰਿਹਾ ਸੀਗਾ ਬਿਯੋਂਡ ਰੀਜ਼ਨੇਬਲ ਕੰਟਰੋਲ, ਉਹਦੇ ਤੋਂ ਵੀ ਪੈਸੇ। ਹੁਣ ਜਿਵੇਂ ਕੋਵਿਡ ਸਿਚੁਏਸ਼ਨ ਹੈ, ਕਈ ਲੋਕਾਂ ਦੇ ਇੰਡੀਆ 'ਚੋਂ ਕਾਰੋਬਾਰ ਬੰਦ ਹੋਏ ਨੇ, ਤੇ ਉਹ ਸਮੇਂ ਦੌਰਾਨ ਉਹਨਾਂ ਦੇ ਜਿਹੜੇ ਵਾਰਡਸ ਨੇ, ਚਿਲਡਰਨ ਨੇ, ਉਹ ਇੱਥੇ ਪੜ੍ਹ ਰਹੇ ਨੇ ਐਜ਼ ਅ ਸਟੂਡੈਂਟ। ਹੁਣ ਜੇ ਕਾਰੋਬਾਰ ਬੰਦ ਹੋ ਗਿਆ, ਉਹ ਫੀ ਨਹੀਂ ਦੇ ਸਕਦੇ। ਉਹ ਕੇਸਿਸ ਦੇ ਵਿੱਚੋਂ ਉਹ ਡੈਸਟੀਟਿਊਟ ਵਰਕ ਪਰਮਿਟ ਲੈ ਕੇ ਇੱਥੇ ਕੰਮ ਕਰਕੇ ਤੇ ਫਿਰ ਤੋਂ ਦੁਬਾਰਾ ਪੜ੍ਹਾਈ ਤੇ ਜਾ ਸਕਦੇ ਨੇ ਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਸਕਦੇ ਨੇ। ਸੋ ਇਹ ਜੇ ਕਿਸੇ ਨੂੰ ਕੋਈ ਵੀ ਇਸ ਕਿਸਮ ਦੀ ਤਕਲੀਫ ਆਈ ਹੈਗੀ ਹੈ ਜਿੱਥੇ ਕਿ ਉਹਦੇ ਮਾਂ-ਪਿਓ ਫੀ ਨਹੀਂ ਤਾਰ ਸਕਦੇ, ਦੇ ਨਹੀਂ ਸਕਦੇ ਆ ਕੋਵਿਡ ਸਿਚੁਏਸ਼ਨ ਕਰਕੇ, ਉਹ ਆਪਦਾ ਐਪਲੀਕੇਸ਼ਨ ਕਰ ਸਕਦੇ ਨੇ, ਉਹਨੂੰ ਵਰਕ ਪਰਮਿਟ ਮਿਲ ਜੂਗਾ। ਮਿਲਣ ਤੋਂ ਬਾਅਦ ਫਿਰ ਉਹ ਆਪਦਾ ਕੰਮ ਕਰਕੇ, ਜਦੋਂ ਉਹਨਾਂ ਕੋਲੇ ਪੈਸੇ ਇਕੱਠੇ ਹੋ ਗਏ ਫੀ ਜੋਗੇ, ਉਹ ਫਿਰ ਸਟੱਡੀ ਪਰਮਿਟ ਤੇ ਜਾ ਕੇ ਆਪਦੀ ਪੜ੍ਹਾਈ ਪੂਰੀ ਕਰਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਸਕਦੇ ਨੇ। ਪਰ ਇਹ ਕੇਸ ਦੇ ਵਿੱਚੋਂ ਕਿਤੇ ਨਾ ਕਿਤੇ ਉਹਨਾਂ ਨੂੰ ਆਪਦਾ ਸਬੂਤ ਹੈ ਜਿਹੜੇ ਦੇਣੇ ਪੈਣਗੇ। ਜਿਵੇਂ ਚਾਹੇ ਵਿਆਹ ਵਾਲਾ ਕੇਸ ਹੈ, ਜਿੱਥੇ ਕਿ ਕੋਈ ਸਟੂਡੈਂਟ ਦਾ ਹਸਬੈਂਡ ਜਾਂ ਵਾਈਫ ਹੈ ਜਾਂ ਵਰਕਰ ਦਾ ਹਸਬੈਂਡ ਵਾਈਫ ਹੈ, ਹੁਣ ਉੱਥੇ ਆਨਲਾਈਨ ਐਪਲੀਕੇਸ਼ਨ 'ਚ ਇੰਨੀ ਜਗ੍ਹਾ ਨਹੀਂ ਹੁੰਦੀ ਕਿ ਜਿੱਥੇ ਤੁਸੀਂ ਉਹਨੂੰ ਦਾਖਲ ਕਰਾ ਸਕੋ ਤੇ ਸਬੂਤ ਸਾਰੇ ਦੇ ਸਕਦੇ ਹੋ। ਤੇ ਸਬੂਤ ਦੇਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਰੀ ਦੀ ਸਾਰੀ ਓਨਸ ਹੈ, ਉਹ ਕਲਾਇੰਟ ਦੇ ਉੱਤੇ ਹੈ, ਐਪਲੀਕੈਂਟ ਦੇ ਉੱਤੇ ਹੈ। ਸੋ ਜੇ ਸਰਕਾਰ ਉਨੀ ਜਗ੍ਹਾ ਨਹੀਂ ਦੇ ਸਕਦੀ ਤੇ ਜ਼ਿੰਮੇਵਾਰੀ ਹੈ ਉਹ ਤੁਹਾਡੀ ਦੇ ਰਹੀ ਹੈ, ਤਾਂ ਫਿਰ ਉਹ ਪ੍ਰੈਜੁਡਿਸ ਹੋ ਜਾਊਗਾ ਨਾ। ਆਫ ਕੋਰਸ ਜੀ, ਇਹਦੇ ਬਾਰੇ ਗੱਲ ਕਰਾਂਗੇ ਕਿ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਜਿੱਦਾਂ ਮੈਂ ਜੈਕ ਤੋਂ ਬੋਲਦੀ ਹਾਂ ਜੀ। ਮੈਮ ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਮੈਂ ਪੁੱਛਣਾ ਜਿੱਦਾਂ ਸਾਡੇ ਕਾਕਾ ਕੋਲ ਯੂਰਪ ਦਾ ਪਾਸਪੋਰਟ ਸੀ, ਜਿਹੜਾ ਉਹਨੂੰ ਇੱਥੇ ਸਾਲ ਦਾ ਵਰਕ ਪਰਮਿਟ ਮਿਲਿਆ ਸੀ, ਲੈਟਰ ਮਿਲਿਆ ਸੀਗਾ ਮਾਰਚ 'ਚ। ਤਾਂ ਹਾਂਜੀ, ਉਹ ਬਾਹਰ ਹੈ ਜਿੱਦਾਂ ਗ੍ਰੀਸ 'ਚ, ਉਹ ਆ ਸਕਦੇ ਆ? ਉਹਨਾਂ ਕੋਲੇ ਵਰਕ ਜੌਬ ਲੈਟਰ ਵੀ ਹੈਗਾ ਉਹਨਾਂ ਕੋਲ? ਵਰਕ ਵੀਜ਼ਾ ਹੈ ਜੀ ਉਹਦੇ ਕੋਲੇ? ਹਾਂਜੀ, ਲੈਟਰ ਮਿਲਿਆ ਉਹਨੂੰ, ਵਰਕ ਵੀਜ਼ਾ ਲੈਟਰ ਮਿਲਿਆ ਜਿੱਦਾਂ। ਹਾਂਜੀ, ਵਰਕ ਵੀਜ਼ਾ ਹੈ ਉਹਦੇ ਕੋਲੇ? ਵੀਜ਼ਾ ਹੈ ਜੀ ਉਹਨਾਂ ਕੋਲ? ਹਾਂਜੀ, ਤੇ ਫਿਰ ਉਹ ਐਂਟਰੀ ਹੈ ਜਿੱਦਾਂ ਉਹਦੇ ਕੋਲ ਇੱਥੇ ਯੂਰਪ ਦੀ? ਨਹੀਂ ਜੀ, ਉਹਨਾਂ ਕੋਲ ਕੈਨੇਡਾ ਦਾ ਵੀਜ਼ਾ ਹੈ, ਐਂਟਰੀ ਆ। ਹਾਂਜੀ, ਉਹਨਾਂ ਕੋਲੇ ਵਰਕ ਵੀ, ਉਹਦੇ ਕੋਲ ਇਜਾਜ਼ਤ ਹੈਗੀ ਕੈਨੇਡੀਅਨ ਸਰਕਾਰ ਨੇ ਦਿੱਤੀ ਕਿ ਉਹ 1 ਸਾਲ ਲਈ ਇੱਥੇ ਆ ਕੇ ਕੰਮ ਕਰ ਸਕਦੇ ਨੇ। ਕੈਨੇਡੀਅਨ ਇਮੀਗ੍ਰੇਸ਼ਨ ਨੇ ਇਜਾਜ਼ਤ ਦਿੱਤੀ ਹੈ ਉਹਨਾਂ ਨੂੰ ਜੀ। ਸ਼ਾਇਦ ਉਹਨਾਂ ਦਾ ਫੋਨ ਡਿਸਕਨੈਕਟ ਹੋ ਗਿਆ ਸੀ। ਚਾਹਾਂਗੇ ਕਿ ਤੁਸੀਂ ਇੱਕ ਵਾਰ ਫਿਰ ਤੋਂ ਸਾਨੂੰ ਕਾਲ ਕਰਕੇ ਇਹਦੇ ਬਾਰੇ ਵਧੇਰੇ ਜਾਣਕਾਰੀ ਕਰ ਸਕਦੇ ਹੋ। ਸਰ, ਇਹਦੇ ਨੂੰ ਜੇ ਇੱਕ ਛੋਟੀ ਜਿਹੀ ਬਰੀਫ ਚ ਆਪਾਂ ਇਹਨਾਂ ਦਾ ਆਨਸਰ ਦੇਣਾ ਚਾਹੀਏ, ਜੇ ਇਹਨਾਂ ਦੇ ਕੋਲ ਇਜਾਜ਼ਤ ਹੋਵੇ ਤਾਂ ਕੀ ਇਹ ਆ ਸਕਦੇ ਨੇ? ਹਾਂਜੀ, ਵਰਕਰ ਨੇ ਤਰਨੋਂ ਬਿਲਕੁਲ ਆ ਸਕਦੇ ਨੇ, ਪਰ ਵਰਕਰ ਨੂੰ ਇਹ ਰਿਕੁਆਇਰਮੈਂਟ ਹੈ ਕਿ ਜੇ ਤਾਂ ਉਹਦਾ ਕਲੋਜ਼ਡ ਵਰਕ ਪਰਮਿਟ ਹੈ ਤਾਂ ਜਿਹੜੇ EMPLOYER ਨਾਲ ਉਹਦਾ ਵਰਕ ਪਰਮਿਟ ਹੈਗਾ ਜਿੱਥੇ ਉਹਨੇ ਕੰਮ ਕਰਨਾ ਹੈ, ਉਹ ਬਿਜ਼ਨਸ ਖੁੱਲਾ ਹੋਣ ਦਾ ਸਬੂਤ ਹੋਣਾ ਚਾਹੀਦਾ। ਤੇ ਦੂਜਾ ਇਹਦੇ ਨਾਲ ਇਹ ਸਬੂਤ ਵੀ ਹੋਣਾ ਚਾਹੀਦਾ ਕਿ ਆ ਕੇ ਉਹ ਕੁਆਰੰਟੀਨ ਕਰਨ ਤੋਂ ਬਾਅਦ ਆਪਦਾ ਕੰਮ ਕਰੂਗਾ। ਇਹਦੇ ਲਈ ਹੁਣ ਇੱਕ ਕੰਮ ਸੁਖਾਲਾ ਕੀਤਾ ਗਿਆ ਕਿ ਇੱਕ ਈਮੇਲ ਐਡਰੈਸ ਬਣਾਇਆ ਗਿਆ, ਉੱਥੇ ਤੁਸੀਂ ਇਹ ਸਾਰੇ ਸਬੂਤ ਉਹ ਈਮੇਲ ਐਡਰੈਸ ਦੇ ਉੱਤੇ ਦੇਣੇ ਨੇ। ਇਮੀਗ੍ਰੇਸ਼ਨ ਮਹਿਕਮਾ ਤੁਹਾਨੂੰ ਇੱਕ ਆਥੋਰਾਈਜ਼ੇਸ਼ਨ ਲੈਟਰ ਦੇ ਦੂਗਾ, ਉਹ ਲੈਟਰ ਲੈਣ ਤੋਂ ਬਾਅਦ 에ਅਰਲਾਈਨ ਤੁਹਾਨੂੰ ਜਹਾਜ਼ 'ਚ ਬਿਠਾ ਸਕਦੀ ਹੈ। ਸੇਮ ਜੇ ਓਪਨ ਪਰਮਿਟ ਹੈ ਤਾਂ ਵੀ ਇਹੀ ਸਿਚੁਏਸ਼ਨ ਹੈ, ਕਿਉਂਕਿ ਆਪਾਂ ਨੂੰ ਪਤਾ ਓਪਨ ਪਰਮਿਟ ਵਾਲਿਆਂ ਨੂੰ ਜੌਬ ਆਫਰ ਨਹੀਂ ਚਾਹੀਦੀ ਹੁੰਦੀ, ਪਰ ਇਹ ਸਿਚੁਏਸ਼ਨ 'ਚ ਉਹਨਾਂ ਨੂੰ ਵੀ ਜੌਬ ਆਫਰ ਹੋਣੀ ਜ਼ਰੂਰੀ ਹੈ। ਸੋ ਜੌਬ ਆਫਰ ਹੋਣੀ ਚਾਹੀਦੀ ਹੈ ਤੇ ਇਹਦੇ ਨਾਲ ਉਹਦਾ ਕੁਆਰੰਟੀਨ ਪਲਾਨ ਹੈ। ਫਿਰ ਤੁਸੀਂ ਉਹ ਸਾਰੇ ਸਬੂਤਾਂ ਨੂੰ ਈਮੇਲ ਕਰਨਾ ਹੈ, ਤੁਹਾਨੂੰ ਆਥੋਰਾਈਜ਼ੇਸ਼ਨ ਲੈਟਰ ਆਊਗਾ, ਉਸ ਤੋਂ ਬਾਅਦ ਤੁਸੀਂ ਜਹਾਜ਼ ਬੋਰਡ ਕਰ ਸਕਦੇ ਹੋ। ਵਰਕਰਸ ਨੇ ਜਿਹੜੇ ਉਹ ਟਰੈਵਲ ਐਗਜ਼ੈਂਪਸ਼ਨ ਤੋਂ ਹਾਂਜੀ, ਉਹਨਾਂ ਤੇ ਰਿਸਟ੍ਰਿਕਸ਼ਨ ਨਹੀਂ ਹੈਗਾ। ਤੇ ਜਿਹੜਾ ਕੋਈ ਵਿਜ਼ਿਟਰ ਆਫ ਕੋਰਸ ਉਹਦੇ ਟਰੈਵਲ ਰਿਸਟ੍ਰਿਕਸ਼ਨ ਹੈ। ਅਸੀਂ ਗੱਲ ਕਰ ਰਹੇ ਸੀ, ਤੁਸੀਂ ਦੱਸ ਰਹੇ ਸੀ ਕਿ ਜਿਹੜੀਆਂ ਆਨਲਾਈਨ ਐਪਲੀਕੇਸ਼ਨਸ ਨੇ ਉਹਦੇ ਵਿੱਚ ਜਿਹੜੀ ਮੈਰਿਜਸ ਨੂੰ ਸਹੀ ਪ੍ਰੂਫ ਕਰਨਾ ਜਾਂ ਜੋ ਵੀ ਆਪਾਂ ਦੇਣੀਆਂ ਪ੍ਰੂਫਸ ਦੇਣੇ ਆ, ਉਹ ਸਾਡੀ ਖੁਦ ਦੀ ਜ਼ਿੰਮੇਵਾਰੀ ਬਣਦੀ ਹੈ ਜੀ। ਸੋ ਉਹਦੇ ਉੱਤੇ ਤਰਨ ਜੇ ਸਬੂਤ ਦੇਣ ਲਈ ਬਹੁਤ ਜ਼ਿਆਦਾ ਜਿਹੜਾ ਡਾਟਾ ਹੋਣਾ ਜ਼ਰੂਰੀ ਹੈ, ਕਿਉਂਕਿ ਤਸਵੀਰਾਂ ਨੇ ਤੁਹਾਡੀਆਂ, ਤੁਹਾਡੇ ਬੈਂਕ ਅਕਾਊਂਟਸ ਨੇ, ਕਿੰਨੇ ਕਿਸਮ ਦੇ ਸਬੂਤ ਨੇ। ਪਰ ਉੱਥੇ ਜਿਹੜੀ ਲਿਮਿਟੇਸ਼ਨ ਹੈ ਅਰਜ਼ੀ ਦੇ ਉੱਤੇ, ਉਹ ਸਰਟਨ ਅਮਾਉਂਟ ਡਾਕੂਮੈਂਟੇਸ਼ਨ ਹੀ ਦਿੱਤੀਆਂ ਜਾ ਸਕਦੀਆਂ ਨੇ। ਸੋ ਜਾਂ ਤਾਂ ਇੱਕ ਪ੍ਰਿਸਕ੍ਰਾਈਬਡ ਤਰੀਕਾ ਦੇਵੇ ਸਰਕਾਰ
ਕਿ 1 2 3 4 ਆ ਕਾਗਜ਼ ਹੈਗੇ ਆ, ਇਸ ਤੋਂ ਬਾਅਦ ਇਹ ਕਾਗਜ਼ ਤੁਸੀਂ ਜਮ੍ਹਾਂ ਕਰਾਉਣੇ ਆ ਤੇ ਤੁਹਾਡਾ ਕੇਸ ਆ ਮਨਜ਼ੂਰ ਹੋ ਜੂ। ਪਰ ਇਦਾਂ ਤਾਂ ਹੈ ਨਹੀਂ। ਜਿਹੜਾ ਕਾਨੂੰਨ ਆ ਉਹ ਹੈਗਾ ਔਨ ਦਾ ਬੈਲੈਂਸ ਆਫ ਪ੍ਰੋਬੇਬਿਲਿਟੀਜ਼। ਔਨ ਦਾ ਬੈਲੈਂਸ ਆਫ ਪ੍ਰੋਬੇਬਿਲਿਟੀਜ਼ ਜਿਹੜਾ ਟੈਸਟ ਹੈਗਾ ਉਹ ਟੈਸਟ ਹੈ ਉਹ ਉਹਦਾ ਸਟੈਂਡਰਡ ਆਫ ਐਵੀਡੈਂਸ ਲੋ ਹੈ। ਦਾ ਮਤਲਬ ਜੇ ਆ ਚੀਜ਼ ਹੈ ਕਿ ਇਹ ਹੋ ਸਕਦੀ ਹੈ। ਜਿਹੜਾ ਬਿਯੋਂਡ ਰੀਜ਼ਨੇਬਲ ਟੈਸਟ ਹੈ ਉਹ ਹੈਗਾ ਆ ਤੁਸੀਂ ਆ ਸਬੂਤ ਦਿੱਤਾ, ਇਹਦਾ ਮਤਲਬ ਇਹ ਹੋ ਸਕਦਾ ਹੈ। ਸੋ ਉਹ ਟੈਸਟ ਨਾ ਹੋ ਕੇ ਬੈਲੈਂਸ ਆਫ ਪ੍ਰੋਬੇਬਿਲਿਟੀਜ਼ ਹੋਣ ਕਰਕੇ ਸਬੂਤ ਤੁਹਾਨੂੰ ਬਹੁਤ ਜ਼ਿਆਦਾ ਦੇਣੇ ਪੈਂਦੇ ਆ। ਇਸੇ ਕਰਕੇ ਇਹ ਕਾਨੂੰਨ 'ਚ ਤਬਦੀਲੀ ਕੀਤੀ ਗਈ ਹੈ ਕਿ ਜਿੱਥੇ ਤੁਸੀਂ LMI ਐਗਜ਼ੈਂਪਟ ਹੈਗੇ ਹੋ ਤਾਂ ਤੁਹਾਨੂੰ ਜਿਹੜੀ ਅਰਜ਼ੀ ਹੈ ਉਹ ਪੇਪਰ ਵੀ ਕੀਤੀ ਜਾਵੇ। ਕਿਉਂਕਿ ਜਿਹੜੇ LMI ਉਹ ਤਾਂ ਸਿੱਧਾ ਸਪਸ਼ਟ ਹੈ, ਤੁਹਾਡੇ ਕੋਲ LMI ਹੈ, ਜੌਬ ਆਫਰ ਹੈ, 4 ਕਾਗਜ਼ ਨੇ, ਤੁਸੀਂ ਦਾਖਲ ਕਰ ਸਕਦੇ ਆ। ਸੋ ਇਹਨਾਂ ਕੇਸਿਸ ਦੇ ਵਿੱਚੋਂ ਇਸੇ ਕਰਕੇ ਦਿੱਤੀ ਗਿਆ ਤੇ ਮੇਰੀ ਰਿਕਮੈਂਡੇਸ਼ਨ ਵੀ ਇਹੀ ਹੈ ਕਿ ਜਿਹੜੀਆਂ LMI ਐਗਜ਼ੈਂਪਟ ਕੈਟਾਗਰੀ ਨੇ ਉਹ ਪੇਪਰ ਹੀ ਕਰਨ ਜੀ, ਆਨਲਾਈਨ ਨਾ ਕਰਨ। ਜੀ ਬਿਲਕੁਲ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਬ੍ਰੈਂਪਟਨ ਤੋਂ ਮੈਡਮ ਬੋਲਦੇ ਸੀ ਜੀ। ਦੱਸੋ ਕੀ ਪੁੱਛਣਾ ਮੈਮ? ਮੈਡਮ ਅਸੀਂ ਨਾ ਸੁਪਰ ਵੀਗੇ ਤੇ ਆ ਜੀ, ਤੇ ਮੇਰੇ ਹਸਬੰਡ ਜਿਹੜੇ ਹੋਈ ਨਿਗਾ ਤੇ ਸਾਡੀ ਏਜ 60 ਤੋਂ ਉਹਨਾਂ ਦੀ 65 ਸਾਲ ਹੋ ਗਈ, ਮੇਰੀ 62 ਸਾਲ ਆ ਤੇ ਉਹ ਹੁਣ ਉਹਨਾਂ ਦੇ ਜਿਹੜੇ ਪਾਸਪੋਰਟ ਦੀ ਵੈਲਿਡਿਟੀ ਉਹ ਦਸੰਬਰ 21 ਤੱਕ ਸੁਪਰ ਵੀਗਾ ਸਾਡਾ ਤੇ ਉਹਨਾਂ ਦੇ ਹੁਣ ਪਾਸਪੋਰਟ ਵੀ ਉਹਨਾਂ ਨੇ ਨਿਊ ਕਰਨਾ ਦਿੱਤਾ ਹੈ ਤੇ ਇਹੋ ਪੁੱਛਣਾ ਵੀ ਜੇ ਉਹਨਾਂ ਦਾ ਪਾਸਪੋਰਟ ਨਿਊ ਹੋ ਜਾਂਦਾ ਹੈ ਤੇ ਅਸੀਂ ਵੀ ਉਹ ਆ ਸਕਦੇ ਇੱਥੇ, ਕਿੰਨਾ ਉਹਨਾਂ ਦਾ ਉਹ ਵੈਲਿਡਿਟੀ ਵੀਗੇ ਦੀ ਚਾਹੀਦੀ ਫਿਰ ਆ ਸਕਦੇ ਆ ਜੀ? ਬਿਲਕੁਲ। ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਜੀ ਬਿਲਕੁਲ ਜੀ। ਤੁਸੀਂ ਟੀਵੀ ਸਕਰੀਨ ਤੇ ਮੈਮ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਦਰਸ਼ਕ ਹੋ ਜੁੜ ਗਏ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ? ਮੈਮ ਮੌਂਟਰੀਅਲ ਤੋਂ ਬੋਲ ਰਹੀ ਹਾਂ ਜੀ। ਜੀ ਦੱਸੋ ਕੀ ਪੁੱਛਣਾ ਜੀ? ਮੈਮ ਮੇਰੇ ਪੇਰੈਂਟਸ ਕੋਲ ਸੁਪਰ ਵੀਜ਼ਾ ਹੈਗਾ, ਉਹਨਾਂ ਦੀ ਆਥੋਰਾਈਜੇਸ਼ਨ ਲੈਣ ਵਾਸਤੇ ਜਿਹੜੀ ਈਮੇਲ ਆਈਡੀ ਉਹ ਕਿਹੜੀ ਹੈਗੀ? ਕਿਉਂਕਿ ਵੈਬਸਾਈਟ ਤੇ ਲਿਖਿਆ ਹੋਇਆ ਵਿੱਚ ਸੁਪਰ ਵੀਜ਼ਾ ਹੈਗਾ ਉਹਨਾਂ ਕੋਲ ਤੇ ਇੱਧਰ ਬੱਚੇ PR ਹੈ ਤੇ ਉਹਨਾਂ ਨੂੰ ਲੋੜ ਨਹੀਂ ਹੈਗੀ। ਮੈਨੂੰ ਵੈਬਸਾਈਟ ਜਿਹੜੀ ਹੈਗੀ ਈਮੇਲ ਆਈਡੀ ਹੈਗੀ ਉਹ ਕਿਹਦੇ ਤੇ ਆਥੋਰਾਈਜੇਸ਼ਨ ਲੈਣੀ ਹੈ ਮੈਨੂੰ ਉਹ ਚਾਹੀਦੀ ਸੀ ਜੀ। ਆਪਾਂ ਸਰ ਟੀਵੀ ਸਕਰੀਨ ਤੇ ਜੀ ਜ਼ਰੂਰ ਕੁਝ ਪੁੱਛਣਾ ਚਾਹੁੰਦੇ ਹੋ ਜੀ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਤੋਂ ਪਹਿਲਾਂ ਸਰ ਜਿਨ੍ਹਾਂ ਦੀ ਕਾਲ ਆਈ ਸੀ ਜਿਹੜੇ ਕਹਿ ਰਹੇ ਸੀਗੇ ਕਿ ਪਾਸਪੋਰਟ ਦੀ ਵੈਲਿਡਿਟੀ ਦੇ ਬਾਰੇ ਵਿੱਚ ਪੁੱਛ ਰਹੇ ਸੀਗੇ ਕਿ ਕਿੰਨਾ ਕੁ ਵੀਜ਼ਾ ਉਹਨਾਂ ਦੀ ਚਾਹੀਦੀ ਹੈ। ਸੋ ਜੇ ਉਹ ਜਿਹੜਾ ਪਾਸਪੋਰਟ ਆ ਉਹ ਘੱਟੋ ਘੱਟ 6 ਮਹੀਨੇ ਵੈਲਿਡ ਹੋਣਾ ਚਾਹੀਦਾ ਜੀ। ਹੁਣ ਦਸੰਬਰ ਤੋਂ 6 ਮਹੀਨੇ ਤਾਂ ਨਹੀਂ ਰਹਿ ਗਏ ਤਰਨ। ਸੋ ਉਹਨਾਂ ਬਿਲਕੁਲ ਸਹੀ ਕਰਿਆ, ਉਹਨਾਂ ਨੇ ਪਾਸਪੋਰਟ ਰੀਨਿਊ ਕਰਨਾ ਤੇ ਦਿੱਤਾ ਹੈਗਾ। ਸੋ ਜਦੋਂ ਜੇ 21 ਦਸੰਬਰ ਤੱਕ ਉਹਨਾਂ ਨੇ ਦੱਸਿਆ ਸੀ ਉਹਨਾਂ ਦਾ ਵੀਜ਼ਾ ਹੈਗਾ, ਸੋ 21 ਦਸੰਬਰ ਤੋਂ ਉਹ ਪਹਿਲਾਂ ਕਦੇ ਵੀ ਕੈਨੇਡਾ ਐਂਟਰ ਕਰ ਸਕਦੇ ਨੇ। ਉਹਨਾਂ ਦਾ ਪਾਸਪੋਰਟ 6 ਮਹੀਨੇ ਵੈਲਿਡ ਜਿਹੜਾ ਨਵਾਂ ਮਿਲ ਜੂਗਾ ਹੋਣਾ ਚਾਹੀਦਾ। ਪਰ ਹੁਣ ਇੱਕ ਹੋਰ ਜਿਹੜੀ ਇਹ ਕੋਵਿਡ ਕਰਕੇ ਸਿਚੁਏਸ਼ਨ ਆ ਰਹੀ ਹੈਗੀ ਹੈ, ਜਿਹੜੀਆਂ ਫਲਾਈਟਸ ਹੁਣ ਆ ਰਹੀਆਂ ਨੇ ਇਸ ਵੇਲੇ ਉਹ 에ਅਰ ਇੰਡੀਆ ਫਲਾਈਟਸ ਲੈ ਕੇ ਆ ਰਿਹਾ ਜੀ। ਉਹਨਾਂ ਨੇ ਕਰਤਾ ਕਿ ਜੇ ਤੁਹਾਡੇ ਕੋਲ 1 ਮਹੀਨੇ ਤੋਂ ਘੱਟ ਵੀਜ਼ਾ ਵੈਲਿਡ ਹੈ ਤਾਂ ਤੁਹਾਨੂੰ ਨਹੀਂ ਲੈ ਕੇ ਆਉਣਗੇ। ਪਰ ਜੇ ਸ਼ਾਇਦ ਉਦੋਂ ਤੱਕ ਇਹ ਟਰੈਵਲ ਰਿਸਟ੍ਰਿਕਸ਼ਨਸ ਖਤਮ ਹੋ ਜਾਂਦੀਆਂ ਨੇ ਤੇ ਫਿਰ ਤੁਸੀਂ ਆ ਸਕਦੇ ਹੈਗੇ ਹੋ। ਜਿਹੜੇ ਦੂਜੇ ਕਾਲਰ ਸੀਗੇ ਜਿਹੜੇ ਗੱਲ ਕਰਦੇ ਸੀ ਸੁਪਰ ਵੀਜ਼ਾ ਹੈਗਾ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਆ, ਉਹ ਕੇਸਿਸ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹ ਪਹਿਲਾਂ ਜਿਹੜੀ ਕ੍ਰਾਈਟੇਰੀਆ ਸੀਗੀ ਇਹ 에ਅਰਲਾਈਨ ਨੂੰ ਆਥੋਰਾਈਜੇਸ਼ਨ ਦਿੱਤੀ ਸੀ ਕਿ ਆਰਡਰ ਇਨ ਕਾਉਂਸਲ ਜਿਹੜਾ 18 ਮਾਰਚ ਨੂੰ ਇਸ਼ੂ ਹੋਇਆ ਸੀ ਉਹਦੇ ਮੁਤਾਬਕ ਉਹ ਖੁਦ ਅਸੈਸਮੈਂਟ ਕਰਨ ਕਿ ਬੰਦੇ ਨੇ ਇਹ ਟਰੈਵਲ ਰਿਸਟ੍ਰਿਕਸ਼ਨ ਥੱਲੇ ਆਉਂਦਾ ਜਾਂ ਨਹੀਂ ਆਉਂਦਾ। ਸ਼ੁਰੂਆਤ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਪ੍ਰੋਬਲਮਸ ਆਈਆਂ ਜਿੱਥੇ ਕਿ 에ਅਰਲਾਈਨ ਨੇ ਉਹਨੂੰ ਅਸੈਸਮੈਂਟ ਨਹੀਂ ਕੀਤਾ ਤੇ ਉਹਨੂੰ ਬੋਰਡ ਨਹੀਂ ਹੋਣ ਦਿੱਤਾ। ਕਿਉਂਕਿ ਮੈਂ ਪਹਿਲਾਂ ਹੀ ਇਹ ਗੱਲ ਦੱਸੀ ਸੀ ਕਿ ਜਦੋਂ 에ਅਰਲਾਈਨ ਇਨ ਡਾਊਟ ਹੁੰਦਾ ਤਾਂ ਲੀਅਜ਼ਨ ਆਫਿਸਰ ਨੂੰ ਪੁੱਛਦਾ ਹੈਗਾ ਤੇ ਲੀਅਜ਼ਨ ਆਫਿਸਰ ਹੈ ਜਿਹੜਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਆਫਿਸਰ ਹੈ ਉਹ ਦੱਸਦਾ ਕਿ ਹਾਂ ਬੋਰਡ ਕਰਨ ਦਿਓ ਨਾ ਕਹੋ। ਉਸ ਤੋਂ ਬਾਅਦ ਇਹ ਜਿਹੜਾ ਕ੍ਰਾਈਟੇਰੀਆ ਹੈਗਾ ਇਹ ਸਰਕਾਰ ਨੇ ਇਹਨੂੰ ਸੌਖਿਆਂ ਕਰਨ ਲਈ ਉਹ ਆਥੋਰਾਈਜੇਸ਼ਨ ਲੈਟਰ ਇਸ਼ੂ ਕਰਨ ਨੂੰ ਦਿੱਤਾ। ਸੋ ਜੇ ਤੁਸੀਂ ਉਹ ਟਰੈਵਲ ਰਿਸਟ੍ਰਿਕਸ਼ਨ ਵਾਲੇ ਪੇਜ ਤੇ ਹੀ ਥੱਲੇ ਜਾਓਗੇ ਤੇ ਉੱਥੇ ਟੈਂਪਰੇਰੀ ਰੈਜ਼ੀਡੈਂਟ ਕਰਕੇ ਦੇਖੋਗੇ ਤੁਹਾਨੂੰ ਈਮੇਲ ਐਡਰੈਸ ਮਿਲ ਜੂਗਾ। ਮੈਨੂੰ ਮੂੰਹ ਜ਼ਬਾਨੀ ਯਾਦ ਨਹੀਂ ਕਿਉਂਕਿ ਬਹੁਤ ਵੱਡਾ ਈਮੇਲ ਐਡਰੈਸ ਹੈਗਾ ਜੀ। ਸੋ ਉੱਥੇ ਜਾ ਕੇ ਹੀ ਉਹ ਮਿਲ ਸਕਦਾ ਤੁਹਾਨੂੰ। ਜੇ ਤੁਹਾਨੂੰ ਨਹੀਂ ਵੀ ਲੱਭਦਾ ਸਾਨੂੰ ਕਾਲ ਕਰ ਸਕਦੇ ਹੋ ਜੀ, ਅਸੀਂ ਵੀ ਤੁਹਾਡੀ ਮਦਦ ਕਰ ਸਕਦੇ ਹੈਗੇ ਜੀ। ਬਿਲਕੁਲ। ਇੱਕ ਦਰਸ਼ਕ ਹੋ ਜੁੜ ਗਏ ਨੇ। ਹੈਲੋ ਹਾਂਜੀ ਜੀ ਲੈਟਰ ਉਹਨੂੰ ਸਾਲ ਦਾ ਮਿਲਿਆ ਆ ਜੀ। ਮੈਂ ਸਰ ਚਿੱਠੀ ਵਾਲਿਆਂ ਦੀ ਗੱਲ ਕਰਦੇ ਆ। ਹਾਂਜੀ ਜਦੋਂ ਉਹਨੂੰ ਜਦੋਂ ਆਉਣਾ ਸੀ 에어ਪੋਰਟ ਤੇ ਉਹਦਾ ਸਟੈਂਪ ਲੱਗਣੀ ਸੀ ਉਹਦਾ ਲੈਟਰ ਮਿਲਿਆ ਸਾਲ ਦਾ। ਹਾਂਜੀ। ਸੋ ਉਹਦੇ ਕੋਲੇ ਉਹ ਜਿਹੜਾ ਉਹ ਲੈਟਰ ਆਫ ਇੰਟਰੋਡਕਸ਼ਨ ਹੈਗਾ ਤੇ ETA ਹੈਗਾ। ਹਾਂਜੀ ਉਹ ਹੈਗਾ ਆ। ਹਾਂਜੀ ਬਿਲਕੁਲ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਹੁਣ ਉਹਨਾਂ ਕੋਲੇ ਜੋ ਹੈਗਾ
ਤਾਂ ਉਹਨਾਂ ਨੂੰ ਆਪਣੇ EMPLOYER ਵੱਲੋਂ ਇੱਕ ਚਿੱਠੀ ਚਾਹੀਦੀ ਹੈ। ਉਹ ਚਿੱਠੀ ਦੇ ਵਿੱਚੋਂ ਇਹ ਹੈਗਾ ਕਿ ਉਹਨਾਂ ਦਾ EMPLOYER ਦਾ ਬਿਜ਼ਨਸ ਹੈ ਜਿਹੜਾ ਖੁੱਲਾ ਹੈਗਾ। ਦੂਜਾ, ਉਹ ਆ ਕੇ ਕਿੰਨੀ ਤਰੀਕ ਨੂੰ ਉੱਥੇ ਕੰਮ ਕਰਨਾ ਸ਼ੁਰੂ ਕਰਨਗੇ ਕਿ ਜੌਬ ਆਫਰ ਜਿਹੜੀ ਅਵੇਲੇਬਲ ਹੈ। ਜਦੋਂ ਇਹ ਕਾਗਜ਼ ਮਿਲ ਜਾਂਦੇ ਨੇ ਤਾਂ ਫਿਰ ਇਮੀਗ੍ਰੇਸ਼ਨ ਮਹਿਕਮੇ ਦੀ ਵੈਬਸਾਈਟ ਤੇ ਜਾ ਕੇ ਤੋਂ ਈਮੇਲ ਕਰਨਾ ਹੈਗਾ, ਉੱਥੇ ਸਾਰੇ ਸਬੂਤ ਭੇਜ ਦੇਣੇ ਆ। ਫਿਰ ਉਸ ਤੋਂ ਬਾਅਦ ਉਹ ਇੱਕ ਲੈਟਰ ਆਫ ਆਥੋਰਾਈਜ਼ੇਸ਼ਨ ਇਸ਼ੂ ਕਰੂਗੇ। ਉਹ ਲੈਟਰ ਆਫ ਆਥੋਰਾਈਜ਼ੇਸ਼ਨ ਨਾਲ ਹੀ ਉਹਨਾਂ ਨੂੰ ਜਹਾਜ਼ ਜਿਹੜਾ ਬੈਠਣ ਦਿੱਤਾ ਜਾਊਗਾ, ਚਾਹੇ ਉਹਨਾਂ ਕੋਲੇ ਜਿਹੜੀ ਵੀਜ਼ਾ ਵੀ ਹੈਗਾ। ਸੋ ਜਿੰਨੇ ਵੀ ਟੈਂਪਰੇਰੀ ਰੈਜ਼ੀਡੈਂਟ ਨੇ ਜੀ, ਵਰਕਰ ਨੇ, ਵਿਜ਼ਿਟਰ ਨੇ, ਸਟੂਡੈਂਟ ਨੇ, ਉਹਨਾਂ ਲਈ ਹੀ ਇਹ ਕੀਤਾ ਗਿਆ। ਜੇ ਤੁਸੀਂ ਖੁਦ ਪਰਮਾਨੈਂਟ ਰੈਜ਼ੀਡੈਂਟ ਹੋ, ਤੁਸੀਂ ਖੁਦ ਜਿਹੜੇ ਸਿਟੀਜ਼ਨ ਹੋ, ਜਾਂ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਵੀਜ਼ਾ ਹੋਲਡਰ ਹੋ 18 ਮਾਰਚ ਤੋਂ ਪਹਿਲਾਂ ਮਿਲਿਆ, ਉਹਦੇ ਤੇ ਇਹ ਕੋਈ ਲੈਟਰ ਦੀ ਜ਼ਰੂਰਤ ਨਹੀਂ, ਪਰ ਟੈਂਪਰੇਰੀ ਰੈਜ਼ੀਡੈਂਟਸ ਦੇ ਉੱਤੇ ਇਹਦੀ ਜ਼ਰੂਰਤ ਹੈ। ਬਿਲਕੁਲ ਜੀ। ਤੇ ਸਰ ਅਸੀਂ ਗੱਲ ਕਰੀਏ ਇਸ ਵਕਤ ਕਰੋਨਾ ਵਾਇਰਸ ਦੇ ਕਰਕੇ ਬਹੁਤਿਆਂ ਦੀਆਂ ਕਈ ਜੌਬਸ ਜਿਹੜੀਆਂ ਨੇ ਇਸ ਵਕਤ ਖਤਰੇ ਦੀ ਘੰਟੀ ਵੱਜ ਰਹੀ ਹੈ। ਖਾਸ ਤੌਰ ਤੇ ਜਿਹੜੇ ਵਰਕ ਪਰਮਿਟ ਤੇ ਇੱਥੇ ਆਏ ਹੋਏ ਨੇ, ਕਈਆਂ ਦੀਆਂ ਜੌਬਸ ਬੰਦ ਹੋ ਗਈਆਂ ਜਾਂ ਲੇ ਆਫ ਉਹਨਾਂ ਨੂੰ ਮਿਲ ਚੁੱਕੀ ਹੈ। ਅੱਗੇ ਸਾਲ ਹੋਣ ਵਾਲਾ ਸੀ, ਉਹ ਆਪਣਾ ਅੱਗੇ PR ਲਈ ਪ੍ਰੋਸੈਸ ਲਗਾਉਣਾ ਚਾਹੁੰਦੇ ਸੀ, ਪਰ ਇਸ ਵਕਤ ਇਹ ਹੈ ਕਿ EMPLOYERS ਦੇ ਵੱਲੋਂ ਐਕਸਪਲੋਇਟ ਹੋ ਰਹੇ ਨੇ। ਉਹ ਨਾ ਉਹਨਾਂ ਨੂੰ ਪ੍ਰੋਪਰ ਉਹਨਾਂ ਦਾ ਐਕਸਪੀਰੀਅੰਸ ਦਿੱਤਾ ਜਾ ਰਿਹਾ, ਜਾਂ ਫਿਰ ਉਹਨਾਂ ਨੂੰ ਪਾਰਟ ਟਾਈਮ ਜੌਬ ਵਾਂਗੂ ਕਰ ਦਿੱਤਾ ਗਿਆ। ਸੋ ਅਜਿਹੇ ਵਿੱਚ ਹੁਣ ਉਹ ਕੀ ਕਰਨ? ਜੇ ਕਿਸੇ ਕਿਸਮ ਦੀ ਵੀ ਅਬਿਊਜ਼ ਹੈ ਜਿਹੜੀ ਹੋ ਰਿਹਾ, ਸ਼ੋਸ਼ਣ ਜਿਹੜਾ ਹੋ ਰਿਹਾ ਹੈਗਾ, ਤਾਂ ਉਹਦੇ ਲਈ ਵਲਨਰੇਬਲ ਵਰਕਰਸ ਇੱਕ ਵਰਕ ਪਰਮਿਟ ਕੈਟਾਗਰੀ ਹੈਗਾ। ਸੋ ਇਹ ਕੈਟਾਗਰੀ ਦੇ ਵਿੱਚੋਂ ਇਹ ਉਹਨਾਂ ਲੋਕਾਂ ਨੂੰ ਬਚਾਉਣ ਲਈ ਹੈਗਾ ਜਿਹੜੇ ਕਿ ਇਹ ਜੇ ਸ਼ੋਸ਼ਣ ਕਰਕੇ ਕਿਤੇ ਮਜਬੂਰ ਹੋ ਚੁੱਕੇ ਨੇ, ਵਲਨਰੇਬਲ ਹੋ ਚੁੱਕੇ ਹੈਗੇ ਨੇ। ਸੋ ਜਿਹੜਾ ਅਬਿਊਜ਼ ਹੈਗਾ ਤੁਹਾਨੂੰ ਉਹ ਕਿੰਨੀ ਕਿਸਮ ਦਾ ਹੋ ਸਕਦਾ। ਸੋ ਫਾਈਨੈਂਸ਼ੀਅਲ ਅਬਿਊਜ਼ ਵੀ ਹੋ ਸਕਦਾ ਹੈ, ਮੈਂਟਲ ਅਬਿਊਜ਼ ਵੀ ਹੋ ਸਕਦਾ ਹੈ, ਸੈਕਸ਼ੂਅਲ ਅਬਿਊਜ਼ ਵੀ ਹੋ ਸਕਦਾ, ਫਿਜ਼ੀਕਲ ਅਬਿਊਜ਼ ਵੀ ਹੋ ਸਕਦਾ ਹੈਗਾ। ਸੋ ਜੇ ਕਿਸੇ ਕਿਸਮ ਦਾ ਵੀ ਇਹੋ ਜਿਹਾ ਅਬਿਊਜ਼ ਤੁਹਾਡੇ ਨਾਲ ਹੋ ਰਿਹਾ ਹੈਗਾ ਤਾਂ ਤੁਹਾਨੂੰ ਜਿਹੜਾ ਓਪਨ ਵਰਕ ਪਰਮਿਟ ਹੈ ਉਹ ਮਿਲ ਜੂਗਾ, ਤੇ ਤੁਸੀਂ ਓਪਨ ਵਰਕ ਪਰਮਿਟ ਉਸ EMPLOYER ਤੋਂ ਦੂਰ ਹੋ ਜਾਓਗੇ ਤੇ ਤੁਹਾਨੂੰ ਅੱਗੇ ਪਰਸੂ ਕਰਨ ਦਾ ਜਿਹੜਾ ਮੌਕਾ ਉਹ ਮਿਲੂਗਾ ਆਪਣੇ ਕਰੀਅਰ ਨੂੰ। ਇਹਦੇ ਲਈ ਜਿਹੜਾ ਸਭ ਤੋਂ ਇੰਪੋਰਟੈਂਟ ਪਾਰਟ ਹੈਗਾ ਕਿ ਤੁਸੀਂ ਅਬਿਊਜ਼ ਨੂੰ ਪ੍ਰੂਵ ਕਰਨਾ ਹੈਗਾ। ਸੋ ਤੁਸੀਂ ਦੱਸਣਾ ਹੈ ਕਿ ਤੁਹਾਡੇ ਨਾਲ ਕਿਸ ਕਿਸਮ ਦੀ ਅਬਿਊਜ਼ ਹੈ ਜਿਹੜੀ ਉਹ ਹੋ ਰਹੀ ਸੀਗੀ। ਹੁਣ ਫਾਈਨੈਂਸ਼ੀਅਲ ਅਬਿਊਜ਼ ਦੇ ਕਿੰਨੇ ਜਿਹੜੇ ਤਰੀਕੇ ਹੋ ਸਕਦੇ ਆ। ਸੋ ਤੋਂ ਪੈਸੇ ਜਿਹੜਾ EMPLOYER ਆ ਉਹ ਵਾਪਸ ਲੈ ਰਿਹਾ, ਤੁਹਾਨੂੰ ਚੈੱਕ ਦੇਦਾ ਉਹਦੇ ਪੈਸੇ ਵਾਪਸ ਲੈ ਰਿਹਾ, ਅਬਿਊਜ਼ ਹੈਗਾ। ਤੁਹਾਨੂੰ ਵਾਪਸ ਨਹੀਂ ਲੈ ਰਿਹਾ ਪਰ ਤੁਹਾਡੇ ਅਕਾਊਂਟ ਨੂੰ ਕੰਟਰੋਲ ਕਰ ਰਿਹਾ ਹੈਗਾ, ਮਤਲਬ ਤੁਸੀਂ ਉਹ ਚੈੱਕ ਜਮਾ ਕਰਾਉਂਦੇ ਹੋ ਪਰ ਅਕਾਊਂਟ ਦਾ ਕੰਟਰੋਲ ਉਹਦੇ EMPLOYER ਕੋਲੇ ਹੈ। ਸੋ ਇਹ ਫਾਈਨੈਂਸ਼ੀਅਲ ਅਬਿਊਜ਼ ਹੈ। ਜਾਂ ਤੁਹਾਨੂੰ ਕੰਮ ਦੇ ਪੈਸੇ ਹੀ ਨਹੀਂ ਦਿੱਤੇ ਜਾ ਰਹੇ ਹੈਗੇ, ਜਾਂ ਜੋ ਵਰਕਿੰਗ ਆਵਰਸ ਨੇ ਉਹ ਤੋਂ ਬਿਯੋਂਡ ਤੋਂ ਕੰਮ ਕਰਾਇਆ ਜਾ ਰਿਹਾ ਹੈ। ਸੋ ਇਹ ਸਾਰੀਆਂ ਜਿਹੜੀਆਂ ਫਾਈਨੈਂਸ਼ੀਅਲ ਅਬਿਊਜ਼ ਦੇ ਉੱਤੇ ਆਉਂਦੀ ਹੈ। ਦੂਜੀ ਮੈਂਟਲ ਅਬਿਊਜ਼ ਹੈਗੀ ਹੈ, ਜਿੱਥੇ ਤੁਹਾਨੂੰ ਨੇਮ ਕਾਲਿੰਗ ਕੀਤੀ ਜਾ ਰਹੀ ਹੈ ਤੁਹਾਨੂੰ। ਹਾਂਜੀ ਬਿਲਕੁਲ, ਇਹਦੇ ਬਾਰੇ ਮੈਂ ਗੱਲ ਕਰਾਂਗੀ ਕਿ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਸ਼ਾਇਦ ਜੀ ਨੇ ਪੁੱਛਣਾ ਚਾਹੁੰਦੇ ਸੀ। ਜੀ ਦੱਸੋ। ਹਾਂਜੀ ਦੱਸੋ ਮੈਮ, ਕਿੱਥੋਂ ਪੁੱਛਦੇ ਸੀ? ਹਾਂਜੀ, ਐਕਚੁਅਲੀ ਮੈਂ ਇਨਟੇਕ ਦੇ ਵਿੱਚ ਸਟੂਡੈਂਟ ਸੀ, ਉਹਦਾ ਐਡਮਿਸ਼ਨ ਵਗੈਰਾ ਹੋਇਆ ਸੀ, ਟਿਕਟ ਵੀ ਲਈ ਹੋਈ ਸੀ, ਕੋਵਿਡ ਕਰਕੇ ਉੱਥੇ ਰਹਿ ਗਏ ਨਾ, ਤੇ ਸੈਪਟੰਬਰ ਇਨਟੇਕ ਲਈ ਉਹ ਆ ਸਕਦੇ ਆ ਜਾਂ ਕਾਲਜ ਦੀ ਪਰਮਿਸ਼ਨ ਦੀ ਹਜੇ ਉਹਨਾਂ ਨੂੰ ਜ਼ਰੂਰਤ ਹੈ? ਵੀਜ਼ਾ ਲੱਗਿਆ ਹੋਇਆ ਸੀ ਉਹਨਾਂ ਦਾ ਇੱਥੇ ਨਾ। ਜੀ ਸਰ, ਆਪਾਂ ਟੀਵੀ ਸਕਰੀਨ ਤੇ ਆਨਸਰ ਦੇ। ਹਾਂਜੀ, ਉਹਨਾਂ ਨੂੰ 18 ਮਾਰਚ ਤੋਂ ਪਹਿਲਾਂ ਵੀਜ਼ਾ ਲੱਗਿਆ ਸੀ ਜੀ। ਹਾਂਜੀ 18 ਮਾਰਚ ਤੋਂ ਪਹਿਲਾਂ ਵੀਜ਼ਾ ਲੱਗਿਆ ਹੋਇਆ ਸੀ ਉਹਨਾਂ ਦਾ, ਤੇ ਟਿਕਟ ਵਗੈਰਾ ਸਾਰਾ ਰੈਡੀ ਸੀ, ਪਰ ਕੋਵਿਡ ਕਰਕੇ ਸਾਰਾ ਮੈਸਡ ਅਪ ਹੋ ਗਿਆ। ਤੇ ਸੈਪਟੰਬਰ ਲਈ ਉਹਨਾਂ ਨੂੰ ਪੁੱਛ ਰਹੀ ਸੀ ਵੀ ਆਨਲਾਈਨ ਕਲਾਸ ਲਈ, ਉਹਨਾਂ ਨੇ ਰਿਫਿਊਜ਼ ਕਰਤਾ। ਤੇ ਇਹ ਪੁੱਛਣਾ ਸੈਪਟੰਬਰ ਵਾਸਤੇ ਉਹ ਹੁਣ ਆ ਸਕਦੇ ਆ ਕਿ ਕਾਲਜ ਦੀ ਵੀ ਉਹਨਾਂ ਨੂੰ ਪਰਮਿਸ਼ਨ ਚਾਹੀਦੀ ਹੈ ਹਾਲੇ? ਜੀ ਜ਼ਰੂਰ, ਮੈਂ ਜਵਾਬ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕੀਤੀ ਉਹਦੇ ਲਈ ਬਹੁਤ ਧੰਨਵਾਦ ਜੀ। ਜਿਹੜੀਆਂ ਟਰੈਵਲ ਰੈਸਟ੍ਰਿਕਸ਼ਨਸ ਨੇ ਉਹ ਤੋਂ 18 ਮਾਰਚ ਤੋਂ ਪਹਿਲਾਂ ਜਿਹੜੇ ਸਟੂਡੈਂਟਸ ਨੂੰ ਵੀਜ਼ਾ ਮਿਲਿਆ ਉਹ ਐਗਜ਼ੈਂਪਟ ਨੇ ਜੀ, ਪਰ ਸਟਿਲ ਉਹਨਾਂ ਲਈ ਰਿਕੁਆਇਰਮੈਂਟ ਇਹ ਹੈ ਕਿ ਉਹਨਾਂ ਦਾ ਜਿਹੜੇ ਵੀ ਸੈਸ਼ਨ ਲਈ ਉਹ ਆ ਰਹੇ ਨੇ, ਹੁਣ ਮੰਨ ਲਓ ਸੈਪਟੰਬਰ ਲਈ ਆ ਰਹੇ ਨੇ, ਤਾਂ ਉਹ ਕਲਾਸਿਸ ਨੇ ਜਿਹੜੀਆਂ ਉਹ ਇਨ ਪਰਸਨ ਹੋਣੀਆਂ ਜ਼ਰੂਰੀ ਨੇ। ਸੋ ਜੇ ਆਨਲਾਈਨ ਕਲਾਸਿਸ ਹੋ ਰਹੀਆਂ ਨੇ ਤੇ ਕਾਲਜ ਉਹਨਾਂ ਨੂੰ ਇਹ ਲਿਖ ਕੇ ਦਿੰਦਾ ਕਿ ਕਲਾਸਿਸ ਆਨਲਾਈਨ ਨੇ, ਫਿਰ ਉਹਨਾਂ ਨੂੰ ਜਿਹੜਾ ਨਹੀਂ ਆਉਣ ਦਿੱਤਾ ਜਾਊਗਾ। ਸੋ ਕਲਾਸਿਸ ਨੇ ਇਨ ਪਰਸਨ ਹੋਣੀਆਂ ਜ਼ਰੂਰੀ ਨੇ। ਸੋ ਜਦੋਂ ਇਹ ਕਾਲਜ ਚਿੱਠੀ ਦਿੰਦਾ ਇਨ ਪਰਸਨ ਦੀ, ਉਸ ਤੋਂ ਬਾਅਦ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਇਮੀਗ੍ਰੇਸ਼ਨ ਇੱਕ ਲੈਟਰ ਆਥੋਰਾਈਜ਼ੇਸ਼ਨ ਦਊਗਾ, ਉਸ ਤੋਂ ਬਾਅਦ ਇਹ ਆਉਣ ਦਿੱਤਾ ਜਾਊਗਾ। ਜੇ ਕਾਲਜ ਇਹ ਚਿੱਠੀ ਨਹੀਂ ਦੇ ਰਿਹਾ ਹੈਗਾ ਜੀ, ਤਾਂ ਫਿਰ ਜੇ ਉਹ ਇਨ ਪਰਸਨ ਪੜ੍ਹਨਾ ਚਾਹੁੰਦੇ ਹੋ ਅੱਗੇ ਫਰਦਰ ਡੈਫਰ ਕਰ ਲੈਣ ਆਪਣੇ ਕੋਰਸ ਨੂੰ। ਜੀ ਬਿਲਕੁਲ ਜੀ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਹਾਂਜੀ ਮੈਂ ਰਜਿੰਦਰ ਸਿੰਘ ਗੱਲ ਬੋਲਦਾ ਜੀ ਬ੍ਰੈਂਪਟਨ ਤੋਂ। ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਦੱਸੋ ਸਰ, ਕੀ ਪੁੱਛਣਾ? ਮੈਂ ਜੀ ਪਹਿਲਾਂ ਲੈ ਆਉ ਲਈ ਸੀ 14 ਜੁਲਾਈ
14 ਜੁਲਾਈ ਤੋਂ ਡੇਟ ਆਫ ਬਰਥ ਹੋ ਗਈ ਮੇਰੀ। ਜੀ। ਹਾਂ 14 ਜੂਨ ਨੂੰ ਜੀ। ਤੇ ਉਹ ਮੈਂ 2000 ਭਰਿਆ ਸੀ ਤੇ ਉਹ ਮਤਲਬ ਭਰ ਸਕਦਾ, ਮੈਨੂੰ ਕੰਮ ਮੇਰੇ ਮਿਲਿਆ ਨੇ। ਜੀ ਤੁਸੀਂ ਸਰ ਉਹਦੇ ਬਾਰੇ ਵਿੱਚ ਪੁੱਛਣਾ ਚਾਹੁੰਦੇ ਹੋ ਬੈਨੀਫਿਟਸ ਦੇ ਬਾਰੇ ਵਿੱਚ? ਹਾਂ ਬੈਨੀਫਿਟ ਜਿਹੜਾ 2 ਮਹੀਨੇ ਦਾ ਹੁਣ ਜਿਹੜਾ ਬਿਲਕੁਲ ਸਰ, ਬੈਨੀਫਿਟਸ ਦੇ ਬਾਰੇ ਵਿੱਚ ਅੱਜ ਅਸੀਂ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਕਰ ਰਹੇ ਹਾਂ। ਬੈਨੀਫਿਟਸ ਦੇ ਬਾਰੇ ਵਿੱਚ ਤੁਸੀਂ 6 ਵਜੇ ਤੋਂ ਬਾਅਦ ਕਾਲ ਕਰ ਸਕਦੇ ਹੋ ਪ੍ਰੋਗਰਾਮ ਵਿੱਚ। ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤੀ ਆ। ਸਰ ਅਸੀਂ ਵਰਕਰਸ ਦੀ ਗੱਲ ਕਰ ਰਹੇ ਸੀ ਜਿਹੜੇ ਇਸ ਵਕਤ ਅਬਿਊਜ਼ ਹੋ ਰਹੇ ਨੇ, ਮੈਂਟਲ ਉਹਨਾਂ ਦੀ ਤੁਸੀਂ ਗੱਲ ਕਰ ਰਹੇ ਸੀ ਕਿ ਮੈਂਟਲ ਮਾਨਸਿਕ ਤੌਰ ਤੇ ਵੀ ਉਹਨਾਂ ਨਾਲ ਸ਼ੋਸ਼ਣ ਹੋ ਸਕਦਾ। ਸੋ ਮਾਨਸਿਕ ਤੌਰ ਤੇ ਨੇਮ ਕਾਲਿੰਗ ਹੈਗਾ, ਤੁਹਾਨੂੰ ਡਿਫਰੈਂਟ ਨਾਂ ਨਾਲ ਬੁਲਾਉਣਾ ਜਾਂ ਤੁਹਾਨੂੰ ਡਿਮੀਨ ਕਰਨਾ, ਤੁਹਾਨੂੰ ਛੋਟੇ ਦਿਖਾਉਣਾ, ਤੇ ਇਹ ਮੈਂਟਲ ਅਬਿਊਜ਼ ਹੋ ਸਕਦੀ ਹੈਗੀ ਹੈ। ਜਾਂ ਤੁਹਾਨੂੰ ਵਰਕਿੰਗ ਕੰਡੀਸ਼ਨਸ ਇਹ ਜਿਹੜੀਆਂ ਜਿੱਥੇ ਤੁਸੀਂ ਕੰਫਰਟੇਬਲ ਨਹੀਂ ਫੀਲ ਕਰਦੇ। ਸੈਕਸ਼ੂਅਲ ਅਬਿਊਜ਼ ਤਾਂ ਐਜ਼ ਨੇਮ ਸੁਜੈਸਟ, ਤੇ ਦੂਜੇ ਦੇ ਨਾਲ ਜਿਹੜੀ ਕਿਸੇ ਵੀ ਕਿਸਮ ਦਾ ਅਬਿਊਜ਼ ਹੈਗਾ, ਤੁਸੀਂ ਜਿੱਥੇ ਵੀ ਇਹ ਫੀਲ ਕਰਦੇ ਹੋ ਕਿ ਤੁਹਾਡੇ ਨਾਲ ਸਹੀ ਨਹੀਂ ਹੋ ਰਿਹਾ, ਤਾਂ ਤੁਹਾਨੂੰ ਉਸ ਸਿਚੁਏਸ਼ਨ 'ਚ ਕੰਮ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਆ। ਜਿਹੜਾ ਜੇ ਤੁਹਾਨੂੰ ਇੰਪਲੋਇਰ ਅਬਿਊਜ਼ ਕਰ ਰਿਹਾ ਹੈਗਾ ਤਾਂ ਉਹਦੇ ਲਈ ਇੰਪਲੋਇਮੈਂਟ ਸਟੈਂਡਰਡਸ ਐਕਟ ਹੈਗਾ, ਤੁਸੀਂ ਲੇਬਰ ਜਿਹੜਾ ਮਿਨਿਸਟਰੀ ਹੈਗੀ ਉੱਥੇ ਕੰਪਲੇਂਟ ਹੈ ਜਿਹੜੀ ਉਹ ਕਰ ਸਕਦੇ ਹੈਗੇ ਹੋ। ਤੇ ਤੁਹਾਨੂੰ ਇਹ ਫਿਕਰ ਕਰਨ ਦੀ ਲੋੜ ਨਹੀਂ ਕਿ ਜੇ ਇਸ ਇੰਪਲੋਇਰ ਨਾਲ ਤੁਸੀਂ ਨਹੀਂ ਕੰਮ ਕਰੋਗੇ ਤਾਂ ਫਿਰ ਤੁਹਾਡਾ ਵਰਕ ਪਰਮਿਟ ਹੈ ਜਿਹੜਾ ਉਹ ਕੈਂਸਲ ਹੋ ਜਾਊਗਾ ਜਾਂ ਤੁਹਾਨੂੰ ਕੈਨੇਡਾ ਤੋਂ ਬਾਹਰ ਕੱਢ ਦਿੱਤਾ ਜਾਊਗਾ। ਸੋ ਇਹ ਬਿਲਕੁਲ ਨਹੀਂ ਹੈਗਾ। ਇਸੇ ਲਈ ਇਹ ਵਨਰੇਬਲ ਵਰਕਰਸ ਲਈ ਕਾਨੂੰਨ ਹੈ ਜਿਹੜਾ ਉਹ ਬਣਾਇਆ ਗਿਆ। ਤੇ ਦੂਜਾ, ਜੇ ਤੁਹਾਡੇ ਨਾਲ ਸੈਕਸ਼ੂਅਲ ਅਬਿਊਜ਼ ਹੋਇਆ ਜਾਂ ਫਿਜ਼ੀਕਲ ਅਬਿਊਜ਼ ਹੋਇਆ ਹੈਗਾ ਤਾਂ ਤੁਸੀਂ ਸਰੀਰਕ ਤੌਰ ਤੇ ਤਾਂ ਤੁਸੀਂ ਪੁਲਿਸ ਨੂੰ ਕੰਪਲੇਂਟ ਵੀ ਕਰ ਸਕਦੇ ਹੈਗੇ। ਉਸ ਤੋਂ ਬਾਅਦ ਪੁਲਿਸ ਨੇ ਆਪੇ ਉਹਨੂੰ ਇਨਵੈਸਟੀਗੇਟ ਆ ਜਿਹੜਾ ਉਹ ਕਰਨਾ ਹੈਗਾ। ਹੁਣ ਜੇ ਤੁਸੀਂ ਇਹੀ ਜਿਹੀ ਸਿਚੁਏਸ਼ਨ 'ਚ ਹੈਗੇ ਹੋ ਜਿੱਥੇ ਕਿ ਤੁਹਾਡਾ ਵਰਕ ਪਰਮਿਟ ਘੱਟ ਸਮੇਂ ਦਾ ਰਹਿ ਗਿਆ ਤੇ ਤੁਹਾਡੇ ਨਾਲ ਇਹੀ ਜਿਹੀ ਅਬਿਊਜ਼ ਹੋ ਰਹੀ ਹੈ ਤੇ ਤੁਹਾਡੇ ਅੱਗੇ ਕਾਰਵਾਈ ਨਹੀਂ ਕੀਤੀ ਜਾ ਸਕਦੀ, ਤਾਂ ਤੁਸੀਂ ਫੌਰਨ ਉੱਥੋਂ ਕੰਮ ਛੱਡ ਕੇ ਤੇ ਨਾਲ ਦੀ ਨਾਲ ਤੁਸੀਂ ਆਪਣੀ ਵਨਰੇਬਲ ਵਰਕਰ ਲਈ ਐਪਲੀਕੇਸ਼ਨ ਕਰ ਸਕਦੇ ਹੋ ਉੱਥੇ ਆਮ ਤੌਰ। ਹਾਂਜੀ ਜੀ, ਇੱਕ ਦਰਸ਼ਕ ਹੋਰ ਜੁੜ ਗਏ ਨੇ, ਪਹਿਲਾਂ ਉਹਨਾਂ ਦਾ ਸਵਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਮੈਮ? ਇੱਥੋਂ ਕੈਂਪਨ ਤੇ ਬੋਲਦੇ ਆ। ਪਰ ਜੀ ਸੀਗਾ ਨਾ ਜਿਹੜੇ ਕਹਿੰਦੇ ਸੀ ਮਾਂ ਪਿਓ ਦੇ ਐਪਲੀਕੇਸ਼ਨਾਂ ਖੁੱਲ ਜਾਣਗੀਆਂ ਤੇ ਵੀ ਗੁਰਪ੍ਰੀਤ ਵੀਰ ਨੂੰ ਪੁੱਛਣਾ ਵੀ ਕੋਈ ਆਇਆ ਇਹਦੇ ਪੇਰੈਂਟਸ ਐਪਲੀਕੇਸ਼ਨ ਦੇ। ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਨਹੀਂ ਤਰਨ, ਹਾਲੇ ਉਹਦੀ ਕੋਈ ਵੀ ਅਪਡੇਟ ਨਹੀਂ ਹੈਗੀ ਆ। 1 ਅਪ੍ਰੈਲ ਨੂੰ ਇਹ ਅਨਾਉਂਸਮੈਂਟ ਹੋਣਾ ਸੀ ਕਿ ਪ੍ਰੋਗਰਾਮ ਨੂੰ ਕਿਸ ਤਰੀਕੇ ਨਾਲ ਚੇਂਜ ਕਰਨਾ ਹੈਗਾ, ਪਰ ਉਹ ਅਨਾਉਂਸਮੈਂਟ ਵੀ ਨਹੀਂ ਹੋਇਆ। ਸੋ ਹਾਲੇ ਨੇੜ ਭਵਿੱਖ 'ਚ ਨਹੀਂ ਲੱਗਦਾ ਕਿ ਹਾਲੇ ਛੇਤੀ ਖੁੱਲੂਗਾ। ਬਿਲਕੁਲ ਜੀ, ਇੱਕ ਦਰਸ਼ਕ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਬੀਸੀ ਤੋਂ ਬੋਲ ਰਿਹਾ ਸੀ ਜੀ ਸਰ, ਦੱਸੋ ਕੀ ਪੁੱਛਣਾ? ਜੀ ਨੂੰ ਇਹ ਕੁਐਸਚਨ ਸੀ ਵੀ ਜਿਵੇਂ ਫਾਰਮਰ ਆਪਣਾ ਕੋਲ ਐਲਐਮਆਈ ਆ ਵੀ ਆਪਾਂ ਵਰਕ ਪਰਮਿਟ ਤੇ ਕੰਮ ਕਰ ਰਹੇ ਆ ਤੇ ਉਹਦੇ ਤੇ ਆਪਾਂ ਪੀਐਨਪੀ ਅਪਲਾਈ ਕਰ ਸਕਦੇ, ਕੋਈ ਹੋਰ ਕੈਟਾਗਰੀ ਹੈ ਆਪਣੇ ਕੋਲ ਜਨਰਲ ਲੇਬਰ ਦਾ ਜੀ, ਵੀ ਆਪਾਂ ਉਹਨੂੰ ਅਪਲਾਈ ਕਰ ਸਕਦੇ ਹਾਂ ਕਿ ਨਹੀਂ? ਜੀ ਸਰ, ਕੁਝ ਪੁੱਛਣਾ ਜਾਂ ਕੈਟਾਗਰੀ ਆ ਜੀ, ਕੁਝ ਪੁੱਛਣਾ ਜਾਂ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਅਸੀਂ ਪੁੱਛਣਾ ਸੀਗਾ ਜੀ, ਮੈਂ ਨਾ ਜਿਵੇਂ ਐਲਐਮਆਈ ਤੇ ਸੀਗਾ ਸ਼ਕੀਨ ਜੀ। ਹਾਂਜੀ, ਤੇ ਮੇਰੇ ਨਾਲ ਨਾ ਜਿਵੇਂ ਸੈਕਿੰਡ ਟਾਈਮ ਹੋਇਆ ਵੀ ਤਾਂ ਵੀ ਜਿਵੇਂ ਇੰਪਲੋਇਰ ਮੈਨੂੰ ਪੇ ਨਹੀਂ ਕਰਦਾ ਹੈਗਾ ਪ੍ਰੋਪਰ ਜੀ। ਹਾਂਜੀ, ਤੇ ਉਹਦੇ ਵਾਸਤੇ ਸਾਨੂੰ ਤੁਸੀਂ ਪੁੱਛ ਕੇ ਦੱਸਿਓ ਕੀ ਹੋ ਸਕਦਾ ਹੁਣ ਉਹਦਾ ਨੈਕਸਟ ਸੋਲੂਸ਼ਨ। ਜੀ ਜ਼ਰੂਰ ਸਰ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ਨਹੀਂ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਇਸ ਤੋਂ ਪਹਿਲਾਂ ਜਿਨ੍ਹਾਂ ਦਾ ਅਸੀਂ ਫਾਰਮਰ ਦੀ ਐਲਐਮਆਈ ਦੇ ਲਈ ਜੀ, ਸੋ ਕਈ ਪ੍ਰੋਵਿੰਸਸ ਹੈ ਤਰਨ ਜਿੱਥੇ ਤੁਸੀਂ ਫਾਰਮ ਵਰਕਰ ਦੇ ਕੰਮ ਕਰ ਰਹੇ ਹੋ ਤਾਂ ਪੀਐਨਪੀ ਅਪਲਾਈ ਕਰ ਸਕਦੇ ਹੋ। ਓਨਟਾਰੀਓ ਵੀ ਹੈਗਾ, ਪ੍ਰਿੰਸ ਐਡਵਰਡ ਆਈਲੈਂਡ ਵੀ ਹੈਗਾ, ਹੋਰ ਵੀ ਇਹ ਪ੍ਰੋਵਿੰਸਸ ਹੈਗੇ ਆ ਤੇ ਉਹ ਐਪਲੀਕੇਸ਼ਨ ਕਰਕੇ ਤੁਸੀਂ ਅੱਗੇ ਪੀਐਨਪੀ ਤੇ ਕਰ ਸਕਦੇ ਹੋ। ਤੇ ਦੂਜਾ, ਸਰਕਾਰ ਨੇ ਵੀ ਐਗਰੀਕਲਚਰ ਵਰਕਰਸ ਇੱਕ ਪ੍ਰੋਗਰਾਮ ਚਲਾਇਆ, ਪਰ ਉਹ ਜਨਰਲ ਫਾਰਮ ਵਰਕਰਸ ਨਹੀਂ ਹੈਗਾ। ਉਹ ਲਾਈਵ ਸਟਾਕ 'ਚ ਕੰਮ ਕਰਨ ਵਾਲੇ, ਹਾਰਟੀਕਲਚਰ 'ਚ ਕੰਮ ਕਰਨ ਵਾਲੇ, ਨਰਸਰੀਜ਼, ਮਸ਼ਰੂਮ ਫਾਰਮ 'ਚ ਕੰਮ ਕਰਨ ਵਾਲੇ ਲੋਕਾਂ ਲਈ ਪ੍ਰੋਗਰਾਮ ਹੈ, ਪਰ ਜਨਰਲ ਵਰਕਰਸ ਲਈ ਉਹ ਪ੍ਰੋਗਰਾਮ ਨਹੀਂ ਹੈਗਾ। ਸੋ ਉਹ ਜਿਹੜੀ ਵੀ ਪ੍ਰੋਵਿੰਸ 'ਚ ਹੈਗੇ ਨੇ ਉਹਦੇ ਕਾਨੂੰਨ ਦੇ ਮੁਤਾਬਕ, ਜਾਂ ਜੇ ਉੱਥੇ ਉਹ ਨਹੀਂ ਹੋ ਸਕਦੇ ਤਾਂ ਉਸ ਪ੍ਰੋਵਿੰਸ 'ਚੋਂ ਕੰਮ ਕਰਨ ਜਿੱਥੇ ਉਹ ਹੋ ਸਕਦੇ ਹੈਗੇ ਆ। ਮੈਂ ਇੱਥੇ ਦੱਸਣਾ ਚਾਹੁੰਦਾ ਕਿ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚੋਂ ਸਾਡੇ ਕੋਲੇ ਬਹੁਤ ਇਹੋ ਜਿਹੀ ਪੋਜੀਸ਼ਨਸ ਹੈਗੀਆਂ ਨੇ ਜਿੱਥੇ ਫਾਰਮ ਵਰਕਰ ਕੰਮ ਕਰਕੇ ਤੇ ਅੱਗੇ ਪੀਐਨਪੀ ਅਪਲਾਈ ਕਰ ਸਕਦੇ ਨੇ ਜੀ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆਪ ਜੀ ਨੂੰ ਯਾਦ ਹੋਣਾ ਕਿ ਪ੍ਰਿੰਸ ਐਡਵਰਡ ਆਈਲੈਂਡ ਨੇ ਬਿਲਕੁਲ ਬੈਨ
ਕਰਤਾ ਸੀ ਫੋਰਨ ਵਰਕਰਸ ਨੂੰ। ਇਸੇ ਕਰਕੇ ਹੀ ਉੱਥੇ ਸਭ ਤੋਂ ਵੱਧ ਘਾਟ ਹੈ ਇਸ ਵੇਲੇ ਦਿਖਾਈ ਦੇ ਰਹੀ ਹੈ ਜੀ, ਕਿਉਂਕਿ ਇਕੋਨਮੀ ਜਿਹੜੀ ਉਹ ਫਿਸ਼ਰੀ ਤੇ ਐਗਰੀਕਲਚਰ ਤੇ ਹੀ ਬੇਸਡ ਹੈਗੀ ਹੈ ਉੱਥੇ। ਸੋ ਜਿਹੜਾ ਉਹ ਨਹੀਂ ਘਾਟਾ ਪੂਰਾ ਹੋਇਆ, ਕਿਉਂਕਿ ਲੋਕਲ ਪੋਪੂਲੇਸ਼ਨ ਸਿਰਫ 1,45,000 ਹੈ, ਓਨਲੀ 145,000 ਪੀਪਲ ਨੇ। ਸੋ ਕਿੰਨੇ ਕੁ ਲੋਕ ਫਾਰਮ ਤੇ ਕੰਮ ਕਰ ਸਕਦੇ ਨੇ। ਸੋ ਇਹਦੇ ਨਾਲ ਉੱਥੇ ਜਿਹੜਾ ਪ੍ਰੋਗਰਾਮ ਹੈ ਉੱਥੇ ਸਿਰਫ 6 ਮਹੀਨੇ ਫਾਰਮ ਵਰਕਰ ਦੇ ਤੌਰ ਤੇ ਕੰਮ ਕਰਕੇ ਉਹ ਤੋਂ ਬਾਅਦ PNP ਅਪਲਾਈ ਕਰ ਸਕਦੇ ਹੈਗੇ ਹੋ। ਸੋ ਬਹੁਤ ਸਿੰਪਲ ਪ੍ਰੋਗਰਾਮ ਹੈਗਾ ਜੀ ਉੱਥੇ। ਸੋ ਜੇ ਕੋਈ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚੋਂ ਫਾਰਮ ਵਰਕਰ ਦੇ ਤੌਰ ਤੇ ਕੰਮ ਕਰਨਾ ਜਾਂ ਫਾਰਮ ਸੁਪਰਵਾਈਜ਼ਰ ਦੇ ਤੌਰ ਤੇ ਕੰਮ ਕਰਨਾ ਚਾਹੁੰਦਾ ਹੈ, ਉਹ ਜ਼ਰੂਰ ਸਾਨੂੰ ਸੰਪਰਕ ਕਰ ਸਕਦੇ ਆ ਜੀ। ਤੇ ਇਹਦੇ ਨਾਲ ਦੂਜਾ ਜਿਹੜਾ ਸਵਾਲ ਸੀ ਕਿ ਉਹਨੂੰ ਨਹੀਂ ਪੇ ਕਰ ਰਹੇ, ਹੁਣੇ ਆਪਾਂ ਵਨਰੇਬਲ ਵਰਕਰਸ ਦੀ ਗੱਲ ਕਰ ਰਹੇ ਸੀਗੇ। ਇੱਕ ਕਲਾਸਿਕ ਐਗਜ਼ਾਮਪਲ ਹੈਗਾ ਜਿੱਥੇ ਫਾਈਨੈਂਸ਼ੀਅਲ ਅਬਿਊਜ਼ ਹੋ ਰਿਹਾ ਹੈ ਤੇ ਇਹਦੇ ਨਾਲ ਉਹ LMIA ਬੇਸਡ ਹੈਗਾ। ਸੋ ਟੈਕਨੀਕਲੀ ਉਹਨੂੰ ਫਾਈਨੈਂਸ਼ੀਅਲੀ ਅਬਿਊਜ਼ ਕੀਤਾ ਜਾ ਰਿਹਾ ਹੈਗਾ। ਸੋ ਇਹ ਕੇਸ ਦੇ ਵਿੱਚੋਂ ਜੇ ਉਹਨਾਂ ਨੂੰ ਨਹੀਂ ਪੇ ਕੀਤਾ ਜਾ ਰਿਹਾ ਤਾਂ ਉਸ EMPLOYER ਨੂੰ ਉਹਨਾਂ ਨੂੰ ਕੰਮ ਛੱਡ ਦੇਣਾ ਚਾਹੀਦਾ ਤੇ ਆਪਦਾ ਵਨਰੇਬਲ ਵਰਕਰਸ ਵਰਕ ਪਰਮਿਟ ਲਈ ਐਪਲੀਕੇਸ਼ਨ ਫਾਈਲ ਕਰਨੀ ਚਾਹੀਦੀ ਹੈ। ਪਰ ਉਹ ਤੋਂ ਪਹਿਲਾਂ ਉਹ ਜਿਹੜਾ EMPLOYER ਨਾਲ ਇਹ ਡਿਮਾਂਡ ਜ਼ਰੂਰ ਕਰਨ ਕਿ ਉਹਨਾਂ ਨੂੰ ਉਹਨੇ ਪੈਸੇ ਨਹੀਂ ਦਿੱਤੇ, ਈਮੇਲ ਕਰਨ, ਟੈਕਸਟ ਮੈਸੇਜ ਕਰਨ, ਜਿੱਥੋਂ ਸਬੂਤ ਹੋਵੇ ਕਿ ਹਾਂ ਸੱਚਮੁੱਚ ਉਹਨਾਂ ਨੂੰ ਪੈਸੇ ਮੰਗ ਕੀਤੀ ਹੈ ਤੇ ਉਹਨਾਂ ਨੂੰ ਉਹ ਪੈਸੇ ਨਹੀਂ ਮਿਲੇ। ਤੇ ਦੂਜਾ LMIA ਦੀਆਂ ਇੱਕ ਸਰਟਨ ਰਿਕੁਆਇਰਮੈਂਟਸ ਹੁੰਦੀਆਂ, ਜਿੰਨੀ ਕਿ ਉਹਨੂੰ ਤਨਖਾਹ LMIA ਦੇ ਉੱਤੇ ਲਿਖੀ ਹੈ ਉਨੀ ਉਹਨੂੰ ਮਿਲਣੀ ਚਾਹੀਦੀ ਹੈ। ਤੇ ਦੂਜਾ ਜੇ ਉਹ ਨਹੀਂ ਉਨੀ ਤਨਖਾਹ ਮਿਲੀ ਤਾਂ ਉਹ ਸਰਵਿਸ ਕੈਨੇਡਾ ਨੂੰ ਇਨਫੋਰਮ ਕਰ ਸਕਦੇ ਨੇ। ਤੇ ਸਰਵਿਸ ਕੈਨੇਡਾ ਨੇ ਇੱਕ ਨੇਮ ਐਂਡ ਸ਼ੇਮ ਲਿਸਟ ਵੀ ਬਣਾਇਆ ਹੋਇਆ। ਉਹ ਨੇਮ ਐਂਡ ਸ਼ੇਮ ਲਿਸਟ ਤੇ ਕੀ ਹੈ, ਜੇ ਕਿਸੇ ਵੀ EMPLOYER ਨੂੰ LMIA ਮਿਲਿਆ, ਉਹਨੇ LMIA ਦੀਆਂ ਰਿਕੁਆਇਰਮੈਂਟ ਪੂਰੀਆਂ ਨਹੀਂ ਕੀਤੀਆਂ ਤਾਂ ਪਹਿਲੀ ਜਿਹੜੀ ਉਲੰਘਣਾ ਹੈਗੀ ਹੈ ਉਹਦੇ ਤੇ ਉਹਨੂੰ 2 ਸਾਲ ਬੈਨ ਕੀਤਾ ਜਾਊਗਾ ਤੇ ਸਰਟਨ ਮੋਨਿਟਰੀ ਫਾਈਨ ਵੀ ਕੀਤਾ ਜਾਊਗਾ। ਜੇ ਉਸ ਤੋਂ ਬਾਅਦ ਉਹਨੇ ਦੂਜੀ ਵਾਰ ਇਹ ਗਲਤੀ ਕਰਤੀ ਤਾਂ ਉਹਨੂੰ ਲਾਈਫ ਲੌਂਗ ਲਈ LMIA ਤੋਂ ਬੈਨ ਕਰ ਦਿੱਤਾ ਜਾਊਗਾ। ਸੋ ਇਹ ਵਰਕਰਸ ਦੇ ਅਧਿਕਾਰ ਨੇ ਜਿਨ੍ਹਾਂ ਦੀ ਉਹਨਾਂ ਨੂੰ ਵਰਤੋਂ ਕਰਨੀ ਚਾਹੀਦੀ ਹੈਗੀ ਹੈ। ਤੇ ਦੂਜਾ, ਜੇ ਉਹਨਾਂ ਨੇ ਪਹਿਲਾਂ ਡਿਮਾਂਡ ਕੀਤੀ ਹੈ ਤੇ ਉਹਨੂੰ ਪੇ ਨਹੀਂ ਹੋਇਆ ਤਾਂ ਇਨਫ ਸਬੂਤ ਹੈਗਾ ਕਿ ਉਹਨਾਂ ਨੂੰ ਫਾਈਨੈਂਸ਼ੀਅਲੀ ਅਬਿਊਜ਼ ਕੀਤਾ ਜਾ ਰਿਹਾ ਹੈ। ਹਾਂਜੀ, ਉਹਨਾਂ ਕੋਲੇ ਜਿਹੜੇ ਜਿਸ ਤਰ੍ਹਾਂ ਉਹਨਾਂ ਦੇ ਆਵਰਸ ਲੌਗਡ ਹੈਗੇ ਨੇ ਜਾਂ ਟਰੈਵਲ ਲੌਗਡ ਹੈਗਾ, ਉਹ ਸਬੂਤ ਉਹਨਾਂ ਕੋਲੇ ਹੋਣੇ ਚਾਹੀਦੇ ਨੇ। ਤੇ ਇਹ ਵੀ ਸਬੂਤ ਹੋਣਾ ਚਾਹੀਦਾ ਕਿ ਉਹਨਾਂ ਨੇ ਆਪਣੇ EMPLOYER ਤੋਂ ਡਿਮਾਂਡ ਕੀਤੀ ਹੈ ਤੇ ਉਹਨੇ ਪੈਸੇ ਨਹੀਂ ਦਿੱਤੇ ਜਾਂ ਉਹਦੇ ਪੈਸੇ ਕਿਸੇ ਗੈਰ ਕਾਨੂੰਨੀ ਕਟੌਤੀ ਕਰ ਲਈ ਗਈ ਹੈ ਉਹ ਤੋਂ। ਸੋ ਪੈਸੇ ਮਤਲਬ ਉਹਨਾਂ ਦੇ ਵਿੱਚ ਉਹਨਾਂ ਦੀ ਸੈਲਰੀ ਨੂੰ ਘਟਾ ਦਿੱਤਾ। ਹਾਂਜੀ ਬਿਲਕੁਲ। ਸੋ ਉਹ ਵੀ ਸਹੀ ਨਹੀਂ ਹੈਗਾ। ਸੋ ਜੇ ਇਹ ਸਬੂਤ ਹੈਗੇ ਨੇ ਤਾਂ ਉਹਨਾਂ ਨੂੰ ਇਹ ਕੰਡੀਸ਼ਨ 'ਚ ਕੰਮ ਕਰਨ ਦੀ ਜ਼ਰੂਰਤ ਨਹੀਂ। ਉਹਨਾਂ ਨੂੰ ਓਪਨ ਪਰਮਿਟ ਹੈ ਜਿਹੜਾ ਮਿਲ ਜੂਗਾ ਤਾਂ ਉਹ ਕਿਤੇ ਵੀ ਕੰਮ ਕਰ ਸਕਦੇ ਨੇ, ਉਹ ਤੋਂ ਬਾਅਦ ਅੱਗੇ ਉਹਨੂੰ ਪਰਸੂ ਕਰ ਸਕਦੇ ਨੇ। ਇਹੀ ਜੀ ਅਬਿਊਜ਼ ਨੂੰ ਰੋਕਣ ਲਈ ਹੀ ਇਹ ਕਾਨੂੰਨ ਹੈ ਜਿਹੜਾ ਬਣਾਇਆ ਗਿਆ। ਬਿਲਕੁਲ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਮਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਬਰੈਂਪਟਨ ਤੋਂ ਬੋਲ ਰਹੀ ਜੀ ਸਰ, ਦੱਸੋ ਕੀ ਪੁੱਛਣਾ? ਹਾਂਜੀ, ਮੇਰਾ ਫਰੈਂਡ ਹੈ ਜੀ ਇੰਡੀਆ ਦੇ ਵਿੱਚ, ਉਹਨੇ ਆਨਲਾਈਨ ਫਾਈਲ ਲਗਾਤੀ ਹੁਣ ਤੇ ਉਹਦਾ ਸਤੰਬਰ ਇਨਟੇਕ ਦੇ ਵਿੱਚ ਆ ਸਕਦਾ ਤੇ ਇੱਕ ਬਾਇਓਮੈਟ੍ਰਿਕ ਦਾ ਕੂਪਨ ਹੋਣਗੇ ਜੀ। ਸਰ ਕੁਝ ਤੁਸੀਂ ਪੁੱਛਣਾ ਜਾਂ ਆਨਸਰ ਦੇਣਾ? ਨਹੀਂ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿਹੜੇ ਪ੍ਰੋਸੈਸਿੰਗ ਟਾਈਮ ਨੇ ਉਹ ਤੇ ਹਾਲੇ ਕੋਈ ਵਿਚਾਰ ਉਹਨਾਂ ਨੇ ਨਹੀਂ ਦਿੱਤਾ, ਪਰ ਉਹਨੇ ਜ਼ਰੂਰ ਆਖਿਆ ਕਿ ਜਿਹੜੀਆਂ ਪੈਂਡਿੰਗ ਐਪਲੀਕੇਸ਼ਨਸ ਨੇ ਉਹਨਾਂ ਨੂੰ ਉਹਨੇ ਪ੍ਰੋਸੈਸ ਕਰਨਾ ਸ਼ੁਰੂ ਕਰ ਦਿੱਤਾ। ਹਾਂਜੀ, ਕਿਉਂਕਿ ਜਿਹੜੀ ਸੈਪਟੈਂਬਰ ਇਨਟੇਕ ਹੈ, ਜੇ ਉਦੋਂ ਤੱਕ ਕਲਾਸਿਸ ਨੇ ਇਨ ਪਰਸਨ ਹੋ ਗਈਆਂ, ਹਾਂਜੀ, ਉਹਨੂੰ ਟਰੈਵਲ ਰਿਸਟ੍ਰਿਕਸ਼ਨਸ ਹਟ ਗਈਆਂ ਤੇ ਉਹਨੂੰ ਵੀਜ਼ਾ ਮਿਲ ਗਿਆ, ਉਹ ਜ਼ਰੂਰ ਆ ਸਕੂਗਾ। ਪਰ ਜੇ ਕਲਾਸਿਸ ਆਨਲਾਈਨ ਹੀ ਰਹੀਆਂ ਤੇ ਫਿਰ ਹੁਣ ਐਗਜ਼ੈਂਪਸ਼ਨ ਜਿਹੜਾ ਦਿੱਤਾ ਗਿਆ ਉਹ ਦਿੱਤਾ ਗਿਆ ਕਿ ਜਿਹੜਾ ਫਾਲ 2020 ਦਾ ਸੈਸ਼ਨ ਹੈ, ਜਿਹੜਾ ਸੈਪਟੈਂਬਰ ਤੋਂ ਲੈ ਕੇ ਦਸੰਬਰ ਤੱਕ ਹੈ, ਜੋ ਆਨਲਾਈਨ ਪੜ੍ਹਾਈ ਵੀ ਕਰ ਲੈਣਗੇ ਤਾਂ ਵੀ ਉਹਨਾਂ ਨੂੰ ਵਰਕ ਪਰਮਿਟ ਹੈ ਜਿਹੜਾ ਉਹ ਮਿਲ ਜੂਗਾ। ਪਰ ਇਹ ਜਿਹੜਾ ਫਾਲ ਸੈਸ਼ਨ ਹੈ ਸਿਰਫ ਉਸੇ ਲਈ ਹੀ ਇਹ ਐਗਜ਼ੈਂਪਸ਼ਨ ਜਿਹੜੀ ਦਿੱਤੀ ਗਈ ਹੈ ਤੇ 50% ਤੋਂ ਘੱਟ ਪੜ੍ਹਾਈ ਉਹਨਾਂ ਦੀ ਆਨਲਾਈਨ ਹੋਣੀ ਚਾਹੀਦੀ ਹੈ। ਸੋ ਇਹ ਅੱਗੇ ਜਾ ਕੇ ਇਸ ਐਗਜ਼ੈਂਪਸ਼ਨ ਦਾ ਕੀ ਬਣਦਾ ਹੈ ਤਾਂ ਹਾਲੇ ਨਹੀਂ ਪਤਾ, ਪਰ ਫਿਲਹਾਲ ਇਹ ਐਗਜ਼ੈਂਪਟ ਕੀਤਾ ਗਿਆ ਕਿ ਜੇ ਉਹ ਆਨਲਾਈਨ ਪੜ੍ਹਾਈ ਕਰ ਲੈਣਗੇ, 50% ਤੋਂ ਘੱਟ ਪੜ੍ਹਾਈ ਆਨਲਾਈਨ ਹੈਗੀ ਹੈ ਤਾਂ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਆ ਉਹ ਪੂਰਾ ਮਿਲ ਜੂਗਾ ਜੀ। ਜ਼ਰੂਰ ਜੀ, ਬਿਲਕੁਲ। ਅਸੀਂ ਗੱਲ ਕਰ ਰਹੇ ਸੀ ਸਰ ਅੱਜ ਕਾਮਿਆਂ ਦੇ ਬਾਰੇ ਵਿੱਚ ਜਿਨ੍ਹਾਂ ਦਾ ਸ਼ੋਸ਼ਣ ਹੁੰਦਾ। ਤੁਸੀਂ ਗੱਲ ਕੀਤੀ ਹੈ ਕਿ ਜਿਨ੍ਹਾਂ ਦੇ ਕੋਲ ਘੱਟ ਸਮੇਂ ਦਾ ਵੀ ਵਰਕ ਪਰਮਿਟ ਰਹਿ ਗਿਆ ਉਹ ਵੀ ਇਹਦੇ ਲਈ ਆਪਣਾ ਐਪਲੀਕੇਸ਼ਨ ਪਾ ਸਕਦੇ ਆ। ਬਿਲਕੁਲ ਜੀ। ਉਹਨਾਂ ਨੂੰ ਇਹ ਹੈ ਕਿ ਕੀ ਇਸ ਦੇ ਨਾਲ ਉਹਨਾਂ ਦੇ ਕੱਲ ਨੂੰ ਜੇ ਉਹਨਾਂ ਦੇ ਕੋਲ ਜੌਬ ਨਹੀਂ ਰਹਿੰਦੀ ਹੈਗੀ, ਇਸ ਦੇ ਬਾਵਜੂਦ ਉਹਨਾਂ ਨੂੰ ਵਰਕ ਪਰਮਿਟ 'ਚ ਐਕਸਟੈਂਸ਼ਨ ਮਿਲ ਜਾਏਗੀ ਜਾਂ ਨਹੀਂ? ਜੀ ਬਿਲਕੁਲ
ਜੇ ਅਬਿਊਜ਼ ਹੋ ਰਿਹਾ ਹੈਗਾ, ਹੁਣ ਘੱਟ ਸਮੇਂ ਦਾ ਵਰਕ ਪਰਮਿਟ ਰਹਿ ਗਿਆ, ਉਹਨੂੰ ਜਿਵੇਂ ਐਗਜ਼ਾਮਪਲ ਸੀ ਤਨਖਾਹ ਨਹੀਂ ਦਿੱਤੀ ਜਾਂ ਉਹਨੂੰ ਤਾਲਾ ਲਾਇਆ ਗਿਆ ਕਿ ਮੈਂ ਤੇਰਾ ਐਕਸਟੈਂਡ ਕਰਾ ਦੂੰਗਾ ਤੇ ਉਹਦੇ ਅਫਜ਼ਾਨੇ 'ਚ ਕੋਈ ਉਹ ਤੋਂ ਆਲਟਰਨੇਟਿਵ ਲਿਆ ਗਿਆ, ਤਾਂ ਬਿਲਕੁਲ ਅਬਿਊਜ਼ ਹੈਗੀ ਹੈ, ਤਾਂ ਉਹਨਾਂ ਨੂੰ ਐਕਸਟੈਂਸ਼ਨ ਜ਼ਰੂਰ ਮਿਲੂਗੀ ਜੀ। ਤੇ ਓਪਨ ਪਰਮਿਟ ਦੇਣ ਦਾ ਮਤਲਬ ਇਹੀ ਹੈਗਾ ਤਾਂ ਕਿ ਜਿੰਨੀ ਛੇਤੀ ਹੋ ਸਕੇ ਉਨੀ ਛੇਤੀ ਉਸ ਇੰਡੀਵਿਜੂਅਲ ਨੂੰ ਉਹ ਅਬਿਊਜ਼ ਤੋਂ ਬਾਹਰ ਲਿਆਂਦਾ ਜਾ ਸਕੇ। ਇਹਦੇ ਲਈ ਜੇ ਤੁਹਾਡੇ ਕੋਲ ਸਬੂਤਾਂ ਦੀ ਵੀ ਕਮੀ ਹੈ ਤਾਂ ਵੀ ਤੁਸੀਂ ਆਪਣੀ ਐਪਲੀਕੇਸ਼ਨ ਹੈ ਜਿਹੜੀ ਉਹ ਕਰ ਸਕਦੇ ਹੋ, ਤੇ ਆਫਿਸਰ ਤੁਹਾਨੂੰ ਇੰਟਰਵਿਊ ਕਰ ਸਕਦਾ। ਅੱਜ ਕੱਲ੍ਹ ਇਨ ਪਰਸਨ ਇੰਟਰਵਿਊਜ਼ ਨਹੀਂ ਹੁੰਦੀਆਂ, ਯੂਜੂਅਲੀ ਫੋਨ ਤੇ ਹੀ ਇੰਟਰਵਿਊ ਜਿਹੜੀ ਕੀਤੀ ਜਾਂਦੀ ਹੈ। ਤੇ ਆਫਿਸਰ ਨੂੰ ਜੇ ਤੁਸੀਂ ਇਹ ਸੈਟੀਸਫਾਈ ਕਰ ਦਿੰਦੇ ਹੋ ਕਿ ਤੁਹਾਡੇ ਨਾਲ ਅਬਿਊਜ਼ ਹੋਇਆ, ਚਾਹੇ ਸਬੂਤ ਨਹੀਂ ਵੀ ਤਾਂ ਵੀ ਤੁਹਾਨੂੰ ਓਕੇ ਤਾਂ, ਕਿਉਂਕਿ ਮੈਨੂਅਲ ਹੈ ਜਿਹੜਾ ਉਹ ਵੈਰੀ ਕਲੀਅਰ ਹੈ ਕਿ ਕਈ ਕੇਸਿਸ ਦੇ ਵਿੱਚ ਅਬਿਊਜ਼ ਦਾ ਸਬੂਤ ਵੀ ਨਹੀਂ ਹੋਊਗਾ। ਸੋ ਉੱਥੇ ਜੋ ਤੁਸੀਂ ਦੱਸੋਗੇ ਉਹਦੇ ਉੱਤੇ ਬੈਲੈਂਸ ਆਫ ਪ੍ਰੋਬੇਬਿਲਿਟੀਜ਼ ਦੇ ਉੱਤੇ ਫੈਸਲਾ ਜਿਹੜਾ ਉਹ ਕੀਤਾ ਜਾਊਗਾ। ਸਿਮਿਲਰਲੀ ਜੇ ਕੋਈ ਸਪਾਊਸ ਹੈ, ਕੋਈ ਪਰਮਾਨੈਂਟ ਰੈਜ਼ੀਡੈਂਟ ਹੈ ਜਾਂ ਸਿਟੀਜ਼ਨ ਹੈ ਇੱਥੇ, ਉਹਦਾ ਕੋਈ ਸਪਾਊਸ ਹੈਗਾ ਤੇ ਉਹਨੇ ਪਰਮਾਨੈਂਟ ਰੈਜ਼ੀਡੈਂਸ ਲਈ ਐਪਲੀਕੇਸ਼ਨ ਲਾਈ ਹੋਈ ਹੈ, ਵਿਆਹ ਦੀ ਅਰਜ਼ੀ ਲੱਗੀ ਹੈ, ਉਹਨੂੰ ਅਬਿਊਜ਼ ਕੀਤਾ ਜਾ ਰਿਹਾ ਹੈ ਕਿ ਤੇਰੀ ਅਰਜ਼ੀ ਵਿਡਰਾ ਕਰ ਲੂੰਗਾ ਮੈਂ, ਜਾਂ ਤੈਨੂੰ ਕੈਨੇਡਾ ਚੋਂ ਕਢਵਾ ਦੂੰਗਾ, ਜਾਂ ਉਹ ਤੋਂ ਕੋਈ ਡਿਮਾਂਡ ਕੀਤੀਆਂ ਜਾ ਰਹੀਆਂ ਨੇ, ਉਹ ਸਪਾਊਸਿਸ ਵੀ ਇਹਦੇ ਥੱਲੇ ਲਾ ਸਕਦੇ ਨੇ ਤਾਂ ਕਿ ਉਹ ਰਿਸ਼ਤੇ ਤੋਂ ਬਾਹਰ ਆਉਣ ਤੇ ਉਹਨਾਂ ਨੂੰ ਓਪਨ ਪਰਮਿਟ ਹੈ ਜਿਹੜਾ ਉਹ ਮਿਲ ਜੇ। ਉਸ ਕੈਟਾਗਰੀ ਨੂੰ ਵਨਰੇਬਲ ਸਪਾਊਸਿਸ ਹੈ ਜਿਹੜਾ ਉਹ ਆਖਿਆ ਜਾਂਦਾ ਜੀ। ਬਿਲਕੁਲ, ਇਹਦੇ ਬਾਰੇ ਗੱਲ ਕਰਾਂਗੇ ਕਿ ਦਰਸ਼ਕ ਹੋ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਜੀ ਸਰ, ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਥੋੜਾ ਜਿਹਾ ਆਪਣੀ ਲਾਊਡ ਕਰੋਗੇ, ਆਵਾਜ਼ ਨੂੰ ਉੱਚਾ ਕਰੋਗੇ? ਹਾਂ ਜੀ, ਹਾਂ ਮੈਂ ਤਾਂ ਬ੍ਰੈਂਪਟਨ ਤੋਂ ਬੋਲ ਰਿਹਾ ਸੀਗਾ ਜੀ। ਸਰ, ਕੀ ਪੁੱਛਣਾ ਤੁਸੀਂ? ਹਾਂ, ਮੈਂ ਇਸ ਤਰ੍ਹਾਂ ਸੀਗਾ ਕਿ ਉਹ ਪੁੱਛਣਾ ਸੀਗਾ ਕਿ ਐਕਸਟੈਂਸ਼ਨ ਅਪਲਾਈ ਕੀਤੀ ਸੀ ਆਨਲਾਈਨ ਜੀ, ਤੇ ਉਹ ਰਿਪਲਾਈ ਨਹੀਂ ਆਈ। ਹੈਲੋ, ਹਾਂਜੀ ਹਾਂ ਸਰ, ਆਪਣਾ ਸਵਾਲ ਰੱਖੋ, ਤੁਹਾਡਾ ਸਵਾਲ ਜੀ। ਹਾਂ, ਐਕਸਟੈਂਸ਼ਨ ਅਪਲਾਈ ਕੀਤੀ ਸੀਗੀ ਆਨਲਾਈਨ ਸਟੇ ਦੀ, ਟੂਰਿਸਟ ਵੀਜ਼ਾ ਆਇਆ ਸੀ ਗ੍ਰੈਂਡ ਪੇਰੈਂਟਸ, ਤੇ ਉਹ ਹਲੇ ਮਤਲਬ ਰਿਪਲਾਈ ਨਹੀਂ ਆਈ ਤੇ 20 ਜੁਲਾਈ ਸਾਡਾ ਪਿਛਲਾ ਜਿਹੜਾ ਸਟੇ ਖਤਮ ਹੋ ਜਾਣਾ ਜੀ, ਤੇ ਕੀ ਕਰਨਾ ਚਾਹੀਦਾ ਜੀ? ਸਰ, ਟੀਵੀ ਸਕਰੀਨ ਤੇ ਆਨਸਰ ਦਈਏ? ਹਾਂ ਜੀ, ਬਿਲਕੁਲ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ। ਸੋ ਕੁਛ ਵੀ ਕਰਨ ਦੀ ਜ਼ਰੂਰਤ ਨਹੀਂ ਜੀ, ਉਹਨਾਂ ਨੇ 20 ਜੁਲਾਈ ਤੋਂ ਪਹਿਲਾਂ ਆਪਣੀ ਐਪਲੀਕੇਸ਼ਨ ਫਾਈਲ ਕੀਤੀ ਹੈ, 20 ਜੁਲਾਈ ਨੂੰ ਐਂਡ ਹੋ ਰਿਹਾ ਤੇ ਸੈਕਸ਼ਨ 186 ਹੈ ਜਿਹੜਾ, ਧਾਰਾ 186 ਹੈ, ਉਹਦੇ ਥੱਲੇ ਉਹਨਾਂ ਦਾ ਸਟੇਟਸ ਹੈ ਜਿਹੜਾ ਇੰਪਲਾਈਡ ਸਟੇਟਸ ਹੈਗਾ। ਇੰਪਲਾਈਡ ਦਾ ਮਤਲਬ ਹੈ ਜੋ ਹੱਕ ਉਹਨਾਂ ਦੇ ਅਰਜ਼ੀ ਕਰਨ ਵਾਲੇ ਦਿਨ ਤੋਂ ਪਹਿਲਾਂ ਸੀ ਉਹੀ ਕੰਟੀਨਿਊ ਰਹਿਣਗੇ ਜਦ ਤੱਕ ਫੈਸਲਾ ਨਹੀਂ ਹੋ ਜਾਂਦਾ। ਸੋ ਉਹਨਾਂ ਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ, ਜਦੋਂ ਵੀ ਫੈਸਲਾ ਆਉਂਦਾ ਉਦੋਂ ਤੱਕ ਉਹਨਾਂ ਦਾ ਸਟੇਟਸ ਹੈ ਜਿਹੜਾ ਬਿਲਕੁਲ ਵੈਲਿਡ ਜਿਹੜਾ ਰਹੂਗਾ। ਇਹਦੇ ਨਾਲ ਇੱਥੋਂ ਤੱਕ ਵੀ ਛੋਟ ਦਿੱਤੀ ਗਈ ਹੈ ਤਰਨ, ਜੇ ਤੁਹਾਡਾ 20 ਜੁਲਾਈ ਮਤਲਬ ਇਹਨਾਂ ਦਾ ਲਾਸਟ ਡੇ ਸੀ ਜੀ, ਉਦੋਂ ਤੱਕ ਵੀ ਨਹੀਂ ਕਰ ਸਕੇ, ਉਸ ਤੋਂ ਬਾਅਦ 90 ਦਿਨ ਵੀ ਉਹਨਾਂ ਨੇ ਕੋਲੇ ਰਿਸਟੋਰ ਕਰਨ ਲਈ ਆਪਣੇ ਸਟੇਟਸ ਨੂੰ, ਪਰ ਉਹਦੇ ਵਿੱਚ ਉਹਨਾਂ ਨੂੰ ਐਕਸਟਰਾ ਫੀਸ ਦੇਣੀ ਪੈਣੀ ਹੈ ਤੇ ਨਾਲ ਦੀ ਨਾਲ ਇਹ ਵੀ ਦੱਸਣਾ ਪੈਣਾ ਕਿ ਕਿਹੜੇ ਕਾਰਨ ਕਰਕੇ ਉਹ ਨਹੀਂ ਦੇ ਪਾਏ। ਪਰ ਇਹਨਾਂ ਲਈ ਸਲਾਹ ਹੈ ਇਹਨਾਂ ਨੂੰ ਵੇਟ ਹੀ ਕਰਨੀ ਪੈਣੀ ਹੈ, ਕੋਈ ਫਿਕਰ ਕਰਨ ਦੀ ਲੋੜ ਨਹੀਂ, ਉਹ ਅਰਜ਼ੀ ਆਪਣੀ ਕਰ ਚੁੱਕੇ ਨੇ। ਹੁਣ ਜਦੋਂ ਫੈਸਲਾ ਆਊਗਾ ਉਸ ਤੱਕ ਉਦੋਂ ਤੱਕ ਉਹਨਾਂ ਦਾ ਸਟੇਟਸ ਹੈ ਉਹ ਲੀਗਲੀ ਵੈਲਿਡ ਮੰਨਿਆ ਜਾਊਗਾ ਜੀ। ਬਿਲਕੁਲ, ਗੱਲ ਕਰ ਸੀ ਸਰ ਸਪਾਊਸ ਕੇਸਿਸ ਦੇ ਵਿੱਚ ਜਿੱਥੇ ਮੇਨ ਐਪਲੀਕੈਂਟ ਹੁੰਦਾ ਹੈ ਕਿ ਆਪਣੇ ਪਾਰਟਨਰ ਨੂੰ ਕਈ ਵਾਰੀ ਅਬਿਊਜ਼ ਕਰਦਾ ਹੈ ਕਿ ਉਹਦਾ ਐਪਲੀਕੇਸ਼ਨਸ ਚੋਂ ਨਾਮ ਕੱਢ ਦਿੱਤਾ ਜਾਏਗਾ, ਅਜਿਹੇ ਵਿੱਚ ਵੀ ਕੀ ਸਬੂਤਾਂ ਦੀ ਲੋੜ ਪੈਂਦੀ ਹੈ? ਨਹੀਂ ਤਰਨ, ਕਿਉਂਕਿ ਇਸ ਕਿਸਮ ਦੇ ਕੇਸ ਦੇ ਵਿੱਚੋਂ ਕਈ ਵਾਰੀ ਸਬੂਤ ਹੁੰਦੇ ਹੀ ਨਹੀਂ। ਹੁਣ ਜੇ ਕਿਸੇ ਨੇ ਗੱਲ ਮੂੰਹ ਜ਼ਬਾਨੀ ਆਖੀ ਹੈ ਤਾਂ ਉਹਦੇ ਸਬੂਤ ਕਿੱਥੋਂ ਹੋਣਗੇ ਉਹਦੇ ਕੋਲ? ਤੇ ਦੂਜਾ, ਸਪਾਊਸਸ ਦੇ ਕੇਸ ਦੇ ਵਿੱਚੋਂ ਇਹ ਹੈ ਕਿ ਉਹਨਾਂ ਨੇ ਵਿਆਹ ਤਾਂ ਇਕੱਠੇ ਰਹਿਣ ਲਈ ਕਰਾਇਆ ਨਾ, ਸੋ ਕਿਉਂ ਉਹ ਝੂਠਾ ਇਲਜ਼ਾਮ ਲਾ ਕੇ ਉਹਦੇ ਤੇ ਉਹ ਸਿਚੁਏਸ਼ਨ ਤੋਂ ਬਾਹਰ ਆਉਣਾ ਚਾਹੂਗਾ, ਰਾਦਰ ਕਿ ਉਹਦਾ ਤਾਂ ਇੰਟਰਸਟ ਹੈ ਕਿ ਉਹਦਾ ਪਰਮਾਨੈਂਟ ਰੈਜ਼ੀਡੈਂਸ ਜਿਹੜਾ ਕੇਸ ਹੋ ਜਾਵੇ। ਸੋ ਉਹ ਤਾਂ ਹੀ ਇਸ ਕਰਕੇ ਕੀਤਾ ਗਿਆ ਕਿ ਜੇ ਉਹਨੂੰ ਅਬਿਊਜ਼ ਕੀਤਾ ਜਾ ਰਿਹਾ ਉਹ ਬਾਹਰ ਆ ਸਕਦਾ ਹੈ। ਅਬਿਊਜ਼ ਵੀ ਫਾਈਨੈਂਸ਼ੀਅਲ ਹੋ ਸਕਦੀ ਹੈ, ਮੈਂਟਲ ਹੋ ਸਕਦੀ ਹੈ, ਸੈਕਸ਼ੂਅਲ ਫਿਜ਼ੀਕਲ ਅਬਿਊਜ਼ ਹੋ ਸਕਦੀ ਹੈ। ਕਈ ਲੋਕਾਂ ਜਿਵੇਂ ਸਪਾਊਸ ਹੈ ਤਾਂ ਉਹਦਾ ਜਿਹੜਾ ਉਹਨੂੰ ਬੈਂਕ ਦਾ ਐਕਸੈਸ ਹੀ ਨਹੀਂ ਦਿੱਤਾ ਜਾਂਦਾ, ਜੁਆਇੰਟ ਬੈਂਕ ਅਕਾਊਂਟ ਹੈ, ਪੈਸੇ ਜਮ੍ਹਾਂ ਕਰਾ ਲਏ ਉਸ ਤੋਂ ਬਾਅਦ ਉਹਨੂੰ ਕੋਈ ਅਧਿਕਾਰ ਨਹੀਂ ਪੈਸੇ ਕਢਾਉਣ ਦਾ, ਫਾਈਨੈਂਸ਼ੀਅਲ ਅਬਿਊਜ਼ ਹੈਗੀ ਹੈ। ਇਸ ਤੋਂ ਬਾਅਦ ਨੇਮ ਕਾਲਿੰਗ ਹੈ, ਡਿਮੀਨਿੰਗ ਹੈ, ਕਿਸੇ ਕਿਸਮ ਦੀ ਜਿਹੜੀ ਅਬਿਊਜ਼ ਹੈਗੀ ਹੈ ਉਹਦੇ ਥੱਲੇ ਤੁਸੀਂ ਇਹਨੂੰ ਫਾਈਲ ਕਰ ਸਕਦੇ ਹੋ। ਸੋ ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਦੇ ਸਪਾਊਸ ਹੈਗੇ ਹੋ, ਤੁਹਾਡਾ ਪਰਮਾਨੈਂਟ ਰੈਜ਼ੀਡੈਂਟ ਐਪਲੀਕੇਸ਼ਨ ਫਾਈਲ ਹੋਈ ਹੈ ਤੇ ਤੁਹਾਨੂੰ ਅਬਿਊਜ਼ ਕੀਤਾ ਜਾ ਰਿਹਾ ਹੈ, ਤਾਂ ਤੁਸੀਂ ਉਸ ਤੋਂ ਬਾਹਰ ਆ ਸਕਦੇ ਹੋ, ਤੁਹਾਨੂੰ ਓਪਨ ਪਰਮਿਟ ਹੈ ਜਿਹੜਾ ਮਿਲ ਜੂਗਾ ਤੇ ਤੁਹਾਨੂੰ ਉਸ ਸਿਚੁਏਸ਼ਨ 'ਚ ਰਹਿਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਹੈ। ਰਾਦਰ ਕਿ ਪਿਛਲੇ ਸਮੇਂ ਦੇ ਵਿੱਚ ਇੱਕ ਮੈਂ ਕੇਸ ਕੀਤਾ ਸੀ ਜਿੱਥੇ ਕਿ
ਉਸ ਦੀ ਐਪਲੀਕੇਸ਼ਨ ਵੀ ਹਲੇ ਨਹੀਂ ਲੱਗੀ ਸੀਗੀ Okay. ਪਰ ਉਹਨੂੰ ਬਿਲਕੁਲ ਉਹਨੂੰ ਅਬਿਊਜ਼ ਮੰਨਿਆ ਗਿਆ। ਸਿਚੁਏਸ਼ਨ ਇਹ ਸੀ ਕਿ ਵਿਆਹ ਕਰਾ ਕੇ ਤੇ ਉਹ ਤੋਂ ਡਿਮਾਂਡ ਕੀਤੀ ਗਈ ਤੂੰ ਇੰਨੇ ਪੈਸੇ ਦੇ ਮੈਂ ਤਾਂ ਤੇਰਾ ਕੇਸ ਲਾਂਗੇ। ਉਹਨੇ ਪੈਸੇ ਵੀ ਦੇ ਦਿੱਤੇ। ਉਸ ਤੋਂ ਬਾਅਦ ਉਹ ਇੰਡੀਵਿਜੂਅਲ ਗਾਇਬ ਹੋ ਗਿਆ। ਉਹਨੇ ਉਹ ਤੋਂ ਬਾਅਦ ਉਹਦੀ ਗੱਲ ਹੀ ਨਹੀਂ ਕੀਤੀ। ਸੋ ਪੈਸੇ ਦਾ ਵੀ ਲਾਸ ਹੋ ਗਿਆ ਤੇ ਉਹਦਾ ਪਤਾ ਵੀ ਨਹੀਂ ਲੱਗ ਰਿਹਾ ਕਿ ਉਹ ਇੰਡੀਵਿਜੂਅਲ ਹੈ ਕਿੱਥੇ ਹੈਗਾ। ਉਸ ਤੋਂ ਬਾਅਦ ਉਹਦੀ ਐਪਲੀਕੇਸ਼ਨ ਕੀਤੀ ਤੇ ਗੱਲ ਮੰਨੀ ਗਈ ਕਿ ਪ੍ਰੋਗਰਾਮ ਇੰਟੈਗ੍ਰਿਟੀ ਚਾਹੇ ਗੱਲ ਕਹਿੰਦੀ ਹੈ ਕਿ ਉਹਨਾਂ ਦੀ ਐਪਲੀਕੇਸ਼ਨ ਹੋਣੀ ਚਾਹੀਦੀ ਹੈ, ਪਰ ਇਹ ਕੇਸ ਦੇ ਵਿੱਚੋਂ ਉਹਨੇ ਪੈਸੇ ਲੈ ਕੇ ਐਪਲੀਕੇਸ਼ਨ ਲਾਈ ਹੀ ਨਹੀਂ, ਤਾਂ ਵੀ ਉਹਨੂੰ ਇਹ ਜਿਹੜਾ ਵਨਰੇਬਲ ਵਰਕਰ ਹੈ ਜਿਹੜਾ ਉਹ ਵਨਰੇਬਲ ਸਪਾਊਸ ਹੈ ਜਿਹੜਾ ਮੰਨ ਲਿਆ ਗਿਆ ਤੇ ਉਹਨੂੰ ਓਪਨ ਪਰਮਿਟ ਹੈ ਜਿਹੜਾ ਦਿੱਤਾ ਗਿਆ। ਇਸ ਤੋਂ ਇਲਾਵਾ ਜੇ ਤੁਸੀਂ ਸੈਕਸ਼ੂਅਲ ਜਾਂ ਫਿਜ਼ੀਕਲ ਅਬਿਊਜ਼ ਹੋਇਆ ਸੀ, ਤੁਸੀਂ ਪੁਲਿਸ ਨੂੰ ਕਾਲ ਕੀਤਾ, ਦੂਜੇ ਇੰਡੀਵਿਜੂਅਲ ਨੂੰ ਚਾਰਜ ਸ਼ੀਟ ਕੀਤਾ ਗਿਆ ਹੈਗਾ, ਕੋਈ ਚਾਰजेस ਲਈ ਕੀਤੇ ਗਏ ਨੇ, ਉਹ ਇਹਨਾਂ ਸਬੂਤ ਹੈਗਾ ਤੁਹਾਨੂੰ ਜਿਹੜਾ ਵਨਰੇਬਲ ਸਪਾਊਸ ਆ ਵਰਕ ਪਰਮਿਟ ਦੇਣ ਲਈ। ਤੇ ਬਹੁਤ ਸਾਰੇ ਕੇਸਿਸ ਦੇ ਵਿੱਚੋਂ ਕਈ ਵਾਰੀ ਮਲਟੀਪਲ ਫੈਮਿਲੀ ਮੈਂਬਰ ਵੀ ਇਨਵੋਲਵਡ ਹੁੰਦੇ ਹੈਗੇ ਆ। ਸੋ ਇੱਕ ਤੋਂ ਜ਼ਿਆਦਾ ਵੀ ਇਨਵੋਲਵਡ ਹੁੰਦੇ ਆ। ਸੋ ਕੱਲਾ ਇਹ ਨਹੀਂ ਕਿ ਜਿਹੜਾ ਤੁਹਾਡਾ ਸਪਾਊਸ ਆ ਤੁਹਾਨੂੰ ਉਹੀ ਅਬਿਊਜ਼ ਕਰ ਰਿਹਾ, ਉਹ ਵੀ ਇਨਫ ਨਹੀਂ ਹੈਗਾ। ਜੇ ਕੋਈ ਹੋਰ ਵੀ ਸੇਮ ਹਾਊਸ ਹੋਲਡ ਦਾ ਬੰਦਾ ਅਬਿਊਜ਼ ਕਰ ਰਿਹਾ, ਮਦਰ ਇਨ ਲਾ, ਫਾਦਰ ਇਨ ਲਾ, ਸਿਸਟਰ ਇਨ ਲਾ, ਕੋਈ ਵੀ ਹੋ ਸਕਦਾ ਹੈਗਾ ਜਿਹੜਾ ਉਹ ਤੋਂ ਇਲਾਵਾ ਵੀ ਕੋਈ ਅਬਿਊਜ਼ ਕਰਦਾ ਹੈ। ਜੇ ਤੁਸੀਂ ਉਹ ਤੋਂ ਵੀ ਅਬਿਊਜ਼ ਹੋ ਰਹੇ ਹੋ ਤੇ ਤੁਹਾਨੂੰ ਤੁਹਾਡਾ ਸਪਾਊਸ ਪ੍ਰੋਟੈਕਸ਼ਨ ਨਹੀਂ ਦੇ ਰਿਹਾ, ਤੁਸੀਂ ਤਾਂ ਵੀ ਵਨਰੇਬਲ ਹੀ ਜਿਹੜੇ ਗਿਣੇ ਜਾਓਗੇ। ਸਰ ਇਹ ਹੁੰਦਾ ਹੈ ਕਿ ਇੱਕ ਵਾਰੀ ਇਹ ਤਾਂ ਅਧਿਕਾਰ ਉਹਨਾਂ ਨੂੰ ਮਿਲ ਗਿਆ, ਬਟ ਕਈ ਵਾਰੀ ਇਹ ਹੁੰਦਾ ਕਿ ਇਹਨਾਂ ਅਧਿਕਾਰਾਂ ਦੇ ਮਿਸਯੂਜ਼ ਕਰਨ ਵਾਲੇ ਵੀ ਬਹੁਤ ਹੁੰਦੇ ਆ। ਜੇਕਰ ਕੋਈ ਇਸ ਚੀਜ਼ ਦੀ ਮਿਸਯੂਜ਼ ਕਰਦਾ ਹੈ ਕਿ ਉਹਦੇ ਨਾਲ ਐਵੇਂ ਦਾ ਕੁਝ ਹੋਇਆ ਨਹੀਂ ਹੈ, ਬਟ ਸਟਿਲ ਉਹ ਇਸ ਚੀਜ਼ ਦਾ ਸਹਾਰਾ ਲੈ ਕੇ ਆਪਣੇ ਵਰਕ ਪਰਮਿਟ ਨੂੰ ਜਾਂ ਆਪਣੇ ਕਿਸੇ ਵੀ ਵੇ ਦੇ ਆਪਣੇ ਵੀਜ਼ਾ ਨੂੰ ਕਿਸੇ ਹੋਰ ਕੈਟੇਗਰੀ 'ਚ ਚੇਂਜ ਕਰਨ ਦੀ ਕੋਸ਼ਿਸ਼ ਕਰਦਾ, ਕਿ ਉਹਨੂੰ ਵੀ ਇਸ ਦੀਆਂ ਕੋਈ ਸਖਤ ਕੌਨਸੀਕੁਐਂਸਿਸ ਭੁਗਤਣੀਆਂ ਪੈ ਸਕਦੀਆਂ ਨੇ? ਬਿਲਕੁਲ ਤਰਨ, ਉਹ ਬਹੁਤ ਜ਼ਿਆਦਾ ਸਖਤ ਹੈਗੀਆਂ ਨੇ ਜੀ। ਉਹ ਸੈਕਸ਼ਨ 40 ਹੈ, ਸੈਕਸ਼ਨ 40 ਮਿਸ ਰੈਪਰੈਜ਼ੈਂਟੇਸ਼ਨ ਦੀ ਗੱਲ ਕਰਦਾ। ਸੋ ਤੁਸੀਂ ਕੋਈ ਵੀ ਗਲਤ ਬਿਆਨੀ ਜੇ ਕੀਤੀ ਹੈ ਜਿਹੜੀ ਕਾਨੂੰਨ 'ਚ ਉਲੰਘਣਾ ਹੋ ਗਈ ਜਾਂ ਹੋ ਸਕਦੀ ਸੀ, ਚਾਹੇ ਹਾਲੇ ਪ੍ਰੋਸੈਸ ਵੀ ਨਹੀਂ ਹੋਇਆ ਪਰ ਉਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਕਿ ਤੁਸੀਂ ਗਲਤ ਬਿਆਨੀ ਕਰ ਸਕਦੇ ਹੋ, ਤਾਂ ਵੀ ਤੁਸੀਂ ਸੈਕਸ਼ਨ 40 ਦੇ ਥੱਲੇ ਆ ਜਾਂਦੇ ਹੋ। ਤੇ ਜੇ ਸੈਕਸ਼ਨ 40 ਦੇ ਥੱਲੇ ਆ ਜਾਂਦੇ ਹੋ ਤੁਸੀਂ, ਤਾਂ ਤੁਹਾਨੂੰ 5 ਸਾਲ ਲਈ ਜਿਹੜਾ ਕੈਨੇਡਾ ਤੋਂ ਬੈਨ ਹੈ ਜਿਹੜਾ ਕੀਤਾ ਜਾਂਦਾ ਤੇ ਤੁਹਾਨੂੰ ਕੈਨੇਡਾ ਚੋਂ ਰਿਮੂਵ ਵੀ ਕਰ ਦਿੱਤਾ ਜਾਂਦਾ। ਸੋ ਜੇ ਕੋਈ ਗਲਤ ਬਿਆਨੀ ਕਰਕੇ ਇਹ ਲੈਣ ਦੀ ਕੋਸ਼ਿਸ਼ ਕਰਦਾ, ਉਹਨੂੰ ਬਹੁਤ ਸੀਰੀਅਸ ਕੌਨਸੀਕੁਐਂਸਿਸ ਨੇ ਜਿਹੜੀਆਂ ਉਹ ਭੁਗਤਣੀਆਂ ਪੈਂਦੀਆਂ ਹੈਗੀਆਂ ਨੇ। ਸੋ ਉਹਦੇ ਲਈ ਜੇ ਤੁਹਾਡੇ ਕੋਲੇ ਇਹ ਸੱਚਾਈ ਨਾ ਹੋ ਰਿਹਾ ਤਾਂ ਹੀ ਤੁਹਾਨੂੰ ਇਸ ਕੈਟਾਗਰੀ ਨਾਲ ਵਰਤੋਂ ਕਰਨੀ ਚਾਹੀਦੀ ਹੈ। ਜਿਵੇਂ ਪਹਿਲਾਂ ਇੱਕ ਕਾਲਰ ਨੇ ਕੀਤਾ ਸੀ ਕਿ ਉਹਨੂੰ ਪੈਸੇ ਨਹੀਂ ਦਿੱਤੇ ਜਾ ਰਹੇ, ਸੋ ਉਹਦੇ ਕੋਲ ਸਬੂਤ ਹੋਊਗੇ ਨਾ, ਉਹਨੇ ਕੰਮ ਕੀਤਾ ਤੇ ਉਹਨੂੰ ਪੈਸੇ ਨਹੀਂ ਦਿੱਤੇ ਜਾ ਰਹੇ, ਬਿਲਕੁਲ ਵਨਰੇਬਲ ਹੈਗਾ। ਤੇ ਨਾਲ ਦੀ ਨਾਲ ਜੇ ਪਰ ਉਹਨੂੰ ਪੈਸੇ ਵੀ ਮਿਲੇ ਨੇ ਤੇ ਉਹ ਉਹਦੇ ਕੋਲ ਸਬੂਤ ਵੀ ਨੇ ਕਿ ਪੈਸੇ ਮਿਲੇ ਨੇ, ਤੇ ਉਹ ਇਹੋ ਜਿਹੀ ਕੋਸ਼ਿਸ਼ ਕਰਦੇ ਨੇ ਤੇ ਫਿਰ ਉਹਨੂੰ ਵੀ ਬਹੁਤ ਸੀਰੀਅਸ ਕੌਨਸੀਕੁਐਂਸਿਸ ਭੁਗਤਣੀਆਂ ਪੈ ਸਕਦੀਆਂ ਨੇ। ਇੱਕ ਦਰਸ਼ਕ ਜੁੜ ਗਏ ਨੇ ਸਾਡੇ ਨਾਲ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਅਸੀਂ ਨਿਊਯਾਰਕ ਤੋਂ ਬੋਲ ਰਹੇ USA ਤੋਂ। ਜੀ ਮੈਮ ਦੱਸੋ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਮੈਮ, ਮੈਂ ਤਾਂ ਪੁੱਛਦੀ ਸੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਕੈਨੇਡਾ ਬਾਰੇ ਦੀ ਐਕਸਟੈਂਸ਼ਨ ਬਾਰੇ, ਤੇ ਜੇਕਰ ਆਪਣੀ ਇੱਥੇ USA ਦੀ ਮਤਲਬ ਐਕਸਟੈਂਸ਼ਨ ਦੀ ਡੇਟ ਲੰਘ ਜਾਂਦੀ ਹੈ, ਆਪਾਂ ਐਕਸਟੈਂਸ਼ਨ ਲਾਈ ਹੋਈ ਹੈ, ਫਿਰ ਵੀ ਇੱਥੇ ਵੀ ਸੇਮ ਉਵੇਂ ਹੀ ਮਤਲਬ? ਮੈਮ ਅੱਜ ਅਸੀਂ ਸਿਰਫ ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਗੱਲ ਕਰ ਰਹੇ ਹਾਂ, US ਇਮੀਗ੍ਰੇਸ਼ਨ ਦੇ ਬਾਰੇ ਵਿੱਚ ਸੌਰੀ ਅੱਜ ਅਸੀਂ ਜਾਣਕਾਰੀ ਨਹੀਂ ਦੇ ਰਹੇ। ਸੋ ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤੀ ਆ ਜੀ। ਸਰ ਅਸੀਂ ਗੱਲ ਕਰ ਰਹੇ ਸੀ ਜਿਵੇਂ ਵਲਨਰੇਬਲ ਤੁਸੀਂ ਗੱਲ ਕਰ ਰਹੇ ਸੀ, ਇਹਦੇ ਬਾਰੇ ਵਿੱਚ ਮੈਂ ਜ਼ਰੂਰ ਪੁੱਛਣਾ ਚਾਹੂੰ, ਜਿਵੇਂ ਤੁਸੀਂ ਦੱਸਿਆ ਕਿ EMPLOYERS ਤਾਂ ਇਸ ਵਕਤ ਲਿਸਟ ਵਿੱਚ ਆ ਸਕਦੇ ਆ, ਬਟ ਜਿਹੜੇ ਇਸ ਵਕਤ ਸਪਾਊਸਲ ਕੇਸ ਵਾਲੇ ਹੁੰਦੇ ਆ ਉਹਨਾਂ ਦਾ ਫਰਕ ਕੀ ਕੀਤਾ ਜਾਵੇ? ਜਿਹੜਾ ਮੇਨ ਐਪਲੀਕੈਂਟ ਹੈ ਤੇ ਆਪਣੇ ਸਪਾਊਸ ਨੂੰ ਇਸ ਵਕਤ ਉਹ ਕਰ ਰਿਹਾ ਵਾ ਕਿਸੇ ਵੀ ਤਰੀਕੇ ਦੇ ਨਾਲ ਉਹਦਾ ਸ਼ੋਸ਼ਣ ਕਰ ਰਿਹਾ। ਹਾਂਜੀ, ਸੋ ਉਹਨਾਂ ਲਈ ਲਿਸਟ ਤਾਂ ਕੋਈ ਨਹੀਂ ਹੋਊਗੀ, ਪਰ ਜੇ ਉਹ ਪਰਮਾਨੈਂਟ ਰੈਜ਼ੀਡੈਂਟ ਹੈ ਤੇ ਉਹਦੇ ਚਾਰजेस ਹੋ ਜਾਂਦੀਆਂ ਨੇ ਤੇ ਫਿਰ ਉਹਨੂੰ ਵੀ ਕੈਨੇਡਾ ਚੋਂ ਰਿਮੂਵ ਕੀਤਾ ਜਾ ਸਕਦਾ ਹੈਗਾ, ਕਿਉਂਕਿ ਜੇ ਉਹ ਤੇ ਕ੍ਰਿਮੀਨਲ ਚਾਰजेस ਹੁੰਦੀਆਂ ਨੇ ਤੇ ਕ੍ਰਿਮੀਨਲ ਚਾਰजेस ਹੋਣ ਤੋਂ ਬਾਅਦ ਉਹਨੂੰ ਸਜ਼ਾ ਹੁੰਦੀ ਹੈ। ਜੇ 6 ਮਹੀਨੇ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਤਾਂ ਰਾਈਟ ਆਫ ਅਪੀਲ ਵੀ ਨਹੀਂ ਹੈਗਾ, ਉਹਨੂੰ ਬਿਲਕੁਲ ਰਿਮੂਵ ਕਰ ਦਿੱਤਾ ਜਾਊਗਾ। ਪਰ ਜੇ 6 ਮਹੀਨੇ ਤੋਂ ਘੱਟ ਦੀ ਸਜ਼ਾ ਹੁੰਦੀ ਹੈ ਉਹਦੇ ਕੋਲ ਰਾਈਟ ਆਫ ਅਪੀਲ ਵੀ ਹੈਗਾ। ਸੋ ਉਹਨੂੰ ਵੀ ਬਹੁਤ ਸੀਰੀਅਸ ਕੌਨਸੀਕੁਐਂਸਿਸ ਨੇ ਜਿਹੜੀਆਂ ਉਹ ਭੁਗਤਣੀਆਂ ਪੈ ਸਕਦੀਆਂ ਨੇ। ਤੇ ਜੇ ਕੋਈ ਕੈਨੇਡੀਅਨ ਸਿਟੀਜ਼ਨ ਹੈਗਾ ਤੇ ਉਹਨੇ ਇਹ ਅਬਿਊਜ਼ ਕੀਤਾ ਤੇ ਉਹ ਤੋਂ ਬਾਅਦ ਉੱਤੇ ਕੋਈ ਕ੍ਰਿਮੀਨਲ ਚਾਰजेस ਹੋ ਜਾਂਦੀਆਂ ਨੇ, ਤੇ ਜਦੋਂ ਉਹ ਜੇ ਕ੍ਰਿਮੀਨੈਲਿਟੀ ਪ੍ਰੂਵ ਹੋ ਕੇ ਉਹਨੂੰ ਉਹਦੀ ਕਨਵਿਕਸ਼ਨ ਹੋ ਜਾਂਦੀ ਹੈ, ਕਨਵਿਕਸ਼ਨ ਖਤਮ ਹੋਣ ਤੋਂ 5 ਸਾਲ ਬਾਅਦ ਉਹ ਐਲੀਜੀਬਲ ਹੁੰਦੇ ਨੇ ਦੁਬਾਰੇ ਕਿਸੇ ਨੂੰ ਐਪਲੀਕੇਸ਼ਨ ਕਰਨ ਲਈ। ਸੋ ਮੰਨ ਲਓ ਕਿ ਸਾਲ ਦੀ ਪ੍ਰੋਬੇਸ਼ਨ ਹੋਗੀ, ਪਹਿਲਾਂ ਤੋਂ ਸਾਲ ਦੀ ਪ੍ਰੋਬੇਸ਼ਨ ਪੂਰੀ ਕਰੂ, ਫਿਰ ਉਸ ਤੋਂ ਬਾਅਦ ਉਹਨੂੰ 5 ਸਾਲ ਇੰਤਜ਼ਾਰ ਕਰਨਾ ਪੈਣਾ ਨਵਾਂ ਕੋਈ ਕੇਸ ਅਪਲਾਈ ਕਰਨ ਲਈ। ਸੋ ਉੱਥੇ ਵੀ ਬਹੁਤ ਸੀਰੀਅਸ ਕੌਨਸੀਕੁਐਂਸਿਸ ਨੇ ਜਿਹੜੀਆਂ ਹੈਗੀਆਂ ਨੇ, ਪਰ ਇਹ ਤਾਂ ਹੀ ਪੋਸੀਬਲ ਹੋ ਸਕਦਾ ਤਰਨ ਜੇ
ਉਹ ਇੰਡੀਵਿਜੂਅਲ ਉੱਠ ਕੇ ਆਵਾਜ਼ ਉਠਾਉਂਦਾ, ਕਿਸੇ ਨੂੰ ਨਹੀਂ ਪਤਾ ਲੱਗਣਾ ਕਿ ਉਹ ਕੀ ਹੋ ਰਿਹਾ। ਮੈਂ ਐਪਰੀਸ਼ੀਏਟ ਕਰੂੰਗਾ ਉਹ ਕਾਲਰ ਨੂੰ ਜਿਨ੍ਹਾਂ ਨੇ ਇਹ ਗੱਲ ਆਖੀ ਕਿ ਉਹਨਾਂ ਨੂੰ ਪੇ ਨਹੀਂ ਹੋ ਰਿਹਾ ਤੇ ਉਹ ਕੀ ਕਰਨਾ ਚਾਹੀਦਾ। ਸੋ ਉੱਠ ਕੇ ਆਪਣੀ ਆਵਾਜ਼ ਨੇ ਜਿਹੜੀ ਉਹ ਉਠਾ ਰਹੇ ਨੇ। ਉਵੇਂ ਜਿਵੇਂ ਮੈਂ ਸਪਾਊਸ ਕੇਸਿਸ ਦੇ ਵਿੱਚੋਂ ਤਾਂ ਅਕਸਰ ਦੇਖਦਾ ਰਹਿੰਦਾ ਕਿ ਜਿੱਥੇ ਕਈ ਜਿਹੜੇ ਉਹਨਾਂ ਦੇ ਲੋਕਲ ਇੱਥੇ ਰਿਲੇਟਿਵ ਹੁੰਦੇ ਨੇ ਉਹਨਾਂ ਨੂੰ ਇਹਨਾਂ ਗੱਲਾਂ ਦੀ ਜਾਣਕਾਰੀ ਹੁੰਦੀ ਹੈ ਤੇ ਉਹ ਦੱਸਦੇ ਨੇ ਤੇ ਉਹ ਸਲਾਹ ਕਰਦੇ ਨੇ ਆ ਕੇ। ਪਰ ਕਈ ਕੇਸਿਸ ਦੇ ਵਿੱਚ ਇਹ ਦੇਖਿਆ ਕਿ ਕਈ ਵਾਰੀ ਸਪਾਊਸ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ ਇੱਥੇ, ਜਾਂ ਉਹ ਇੰਨੇ ਦੁਨੀਆ 'ਚ ਵਿਚਰੇ ਨਹੀਂ ਹੁੰਦੇ ਜਿੱਥੇ ਉਹਨਾਂ ਨੂੰ ਇਹਨਾਂ ਹੱਕਾਂ ਦੀ ਆਪਦੇ ਦੀ ਜਾਣਕਾਰੀ ਨਹੀਂ ਹੁੰਦੀ ਹੈਗੀ। ਬਿਲਕੁਲ ਜੀ। ਇਹ ਲਾਸਟ ਕਾਲਰ ਅਸੀਂ ਲੈ ਰਹੇ ਹਾਂ ਤੇ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਕੈਲਗਰੀ ਤੋਂ ਬੋਲ ਰਿਹਾ ਹਾਂ, ਅਲਬਰਟਾ ਤੋਂ। ਜੀ ਸਰ, ਦੱਸੋ ਕੀ ਪੁੱਛਣਾ? ਹਾਂਜੀ, ਮੈਂ ਨਾ ਇਹ ਪੁੱਛਣਾ ਸੀ, ਮੇਰਾ ਕੁਐਸਚਨ ਇਹ ਆ ਵੀ ਮੈਂ ਬ੍ਰਿਟਿਸ਼ ਕੋਲੰਬੀਆ ਤੋਂ ਮੂਵ ਹੋਇਆ ਜੀ ਅਲਬਰਟਾ ਦੇ ਵਿੱਚ, ਕਿਉਂਕਿ ਮੇਰੀ ਉੱਥੇ ਜਿਹੜੀ ਵਰਕ ਪਰਮਿਟ ਹੀ ਐਕਸਪਾਇਰ ਹੋ ਗਈ। ਮੈਂ ਇੱਥੇ ਵਰਕ ਪਰਮਿਟ ਲਿਆ ਜੀ ਤਾਂ ਮੈਂ ਇੱਥੇ ਪੀਐਨਪੀ ਲਾਉਣੀ ਹੈ ਜੀ। ਕੀ ਮੈਨੂੰ ਦੁਬਾਰਾ ਫਿਰ ਕੰਟੀਨਿਊ ਇੱਥੇ 1 ਈਅਰ ਕੰਮ ਕਰਨਾ ਪਊਗਾ ਜਾਂ ਉਹ ਮੇਰਾ ਅਕਾਊਂਟ ਜਿਹੜਾ ਉੱਥੇ ਐਕਸਪੀਰੀਅੰਸ ਨਾਲ ਉਹ ਅਕਾਊਂਟ ਕੀਤਾ ਜਾਊਗਾ? ਜੀ ਜ਼ਰੂਰ। ਆਪਾਂ ਟੀਵੀ ਸਕਰੀਨ ਤੇ ਆਨਸਰ ਦੇਈਏ? ਜੀ ਜ਼ਰੂਰ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਜੀ ਜਿਹੜੀਆਂ ਰਿਕੁਆਇਰਮੈਂਟ ਪ੍ਰੋਵਿੰਸ ਦੇ ਵਿੱਚ ਕੰਮ ਕਰਦੀਆਂ ਨੇ ਉਹ ਤੁਹਾਨੂੰ ਪੂਰੀਆਂ ਕਰਨੀਆਂ ਪੈਣਗੀਆਂ। ਹਾਂਜੀ, ਜਿਹੜਾ ਐਕਸਪੀਰੀਅੰਸ ਤੁਸੀਂ ਪਹਿਲਾਂ ਬਾਹਰ ਕੰਮ ਕੀਤਾ ਉਹ ਐਕਸਪੀਰੀਅੰਸ ਵੱਲ ਤਾਂ ਕਾਊਂਟ ਹੋ ਜਾਊਗਾ, ਪਰ ਉਹ ਨਿਗੇਟ ਨਹੀਂ ਕਰਦਾ ਉਹ ਰਿਕੁਆਇਰਮੈਂਟ ਨੂੰ ਜਿਹੜੀ ਉਹ ਪ੍ਰੋਵਿੰਸ 'ਚ ਕੰਮ ਕਰਨ ਦੀ ਰਿਕੁਆਇਰਮੈਂਟ ਹੈਗੀ ਹੈ। ਸੋ ਜਿਹੜੀ ਵੀ ਤੁਸੀਂ ਕੈਟਾਗਰੀ ਥੱਲੇ ਕੰਮ ਕਰ ਰਹੇ ਹੋ, ਡਿਫਰੈਂਟ ਕੈਟਾਗਰੀਜ਼ ਦੇ ਥੱਲੇ ਡਿਫਰੈਂਟ ਟਾਈਮਿੰਗਸ ਨੇ ਜਿਹੜੀਆਂ ਤੁਸੀਂ ਕੰਮ ਕਰਕੇ ਉਹਨੂੰ ਕੁਆਲੀਫਾਈ ਕਰ ਸਕਦੇ ਹੋ। ਜੀ ਬਿਲਕੁਲ ਸਰ। ਤੇ ਹੁਣ ਸਮਾਂ ਵੀ ਸਾਡਾ ਇਜਾਜ਼ਤ ਲੈਣ ਦਾ ਹੋ ਰਿਹਾ। ਅੱਜ ਕਾਫੀ ਵਧੀਆ ਟੌਪਿਕ ਉੱਤੇ ਤੁਸੀਂ ਸਾਡੇ ਨਾਲ ਡਿਸਕਸ਼ਨ ਕੀਤੀ ਹੈ। ਕੁਝ ਦਰਸ਼ਕਾਂ ਨੂੰ ਕਹਿਣਾ ਚਾਹੋਗੇ ਤੁਸੀਂ? ਜਿਵੇਂ ਆਪਾਂ ਗੱਲ ਕਰਦੇ ਹਾਂ ਜੀ, ਕਿਉਂਕਿ ਇਮੀਗ੍ਰੇਸ਼ਨ ਕਾਨੂੰਨ ਹੈਗਾ, ਸੋ ਕਾਨੂੰਨ ਦੇ ਵਿੱਚੋਂ ਬਹੁਤ ਸਾਰੀਆਂ ਤਬਦੀਲੀਆਂ ਸਮੇਂ-ਸਮੇਂ ਤੇ ਆਉਂਦੀਆਂ ਰਹਿੰਦੀਆਂ ਹੈਗੀਆਂ ਨੇ ਤੇ ਹਰ ਜਿਹੜਾ ਕਾਮਨ ਆਦਮੀ ਆ ਉਹਨੂੰ ਇਹ ਜਾਣਕਾਰੀ ਹੋਣੀ ਬਹੁਤ ਮੁਸ਼ਕਲ ਹੈ। ਜ਼ਰੂਰੀ ਤਾਂ ਹੈ ਪਰ ਉਹਨੂੰ ਉਹਦੇ ਤੱਕ ਇਹ ਇਨਫੋਰਮੇਸ਼ਨ ਪਹੁੰਚਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ, ਕਿਉਂਕਿ ਉਹਨੂੰ ਉਹ ਡੇਲੀ ਅਪਡੇਟਸ ਦੇ ਵਿੱਚੋਂ ਨਹੀਂ ਆਉਂਦਾ। ਸੋ ਜਦੋਂ ਵੀ ਤੁਸੀਂ ਇਮੀਗ੍ਰੇਸ਼ਨ ਮਾਮਲੇ ਦੇ ਵਿੱਚੋਂ ਕੋਈ ਵੀ ਅੱਗੇ ਪ੍ਰਸੂ ਕਰਨਾ ਚਾਹੁੰਦੇ ਹੋ ਤਾਂ ਕਾਨੂੰਨੀ ਮਾਹਰ ਤੋਂ ਜ਼ਰੂਰ ਸਲਾਹ ਲਓ ਜੀ। ਬਿਲਕੁਲ ਜੀ, ਥੈਂਕ ਯੂ ਸੋ ਮਚ ਸਰ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ। ਤੇ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਆਪਣੇ ਰਾਈਟਸ ਤੋਂ ਜੇਕਰ ਤੁਸੀਂ ਜਾਣੂ ਹੋਣਾ ਚਾਹੁੰਦੇ ਹੋ, ਚਾਹੇ ਤੁਸੀਂ ਕਿਸੇ ਵੀ ਵੀਜ਼ਾ ਤੇ ਇੱਥੇ ਹੈਗੇ ਹੋ, ਤੁਹਾਡੇ ਇਸ ਵਕਤ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਹੜੇ-ਕਿਹੜੇ ਤੁਹਾਡੇ ਕੋਲ ਅਧਿਕਾਰ ਹੈਗੇ ਨੇ, ਇਸ ਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਜਿਸ ਲਈ ਤੁਸੀਂ ਇੱਕ ਵਧੀਆ ਤੇ ਭਰੋਸੇਮੰਦ ਕੰਸਲਟੈਂਟ ਨਾਲ ਸਲਾਹ ਕਰ ਸਕਦੇ ਹੋ। ਤੁਸੀਂ ਗੁਰਪ੍ਰੀਤ ਖਹਿਰਾ ਜੀ ਨਾਲ ਗੱਲ ਕਰਨਾ ਚਾਹੁੰਦੇ ਹੋ, ਉਹਨਾਂ ਦੇ ਫੋਨ ਨੰਬਰ ਜਿਹੜੇ ਉਹਨਾਂ ਦੇ ਨਾਮ ਦੇ ਨੀਚੇ ਅਸੀਂ ਪ੍ਰੋਵਾਈਡ ਕੀਤੇ ਹੋਏ ਸੀ। ਸੋ ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।